ਕਿਹੜੀ ਚੀਜ਼ ਨੇ ਤੁਹਾਨੂੰ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਆਉਣ ਲਈ ਮਜਬੂਰ ਕਰਤਾ? ਸਿਰਫ ਟਿਕਟ? ਮੈਂ ਚੀਕ ਕੇ ਆਪਣੇ ਜਿਹੜੇ ਸੀਨੀਅਰਸ ਨੇ, ਲੀਡਰਸ਼ਿਪ ਹੈ, ਉਹਨਾਂ ਨੂੰ ਕਹੀ ਗਈ ਕਿ ਜੀ ਤੁਹਾਡਾ ਜਿਹੜਾ ਆਫੀਸ਼ੀਅਲ ਕੈਂਡੀਡੇਟ ਹੈ ਉਹ ਮੇਰੇ ਬਾਰੇ ਗਲਤ ਬੋਲ ਰਿਹਾ। ਇੰਨਾ ਕੁ ਤਾਂ ਹਾਈ ਕਮਾਂਡ 'ਚ ਦਮ ਚਾਹੀਦਾ ਹੈ ਕਿ ਤੁਸੀਂ ਆਪਣੇ ਆਫੀਸ਼ੀਅਲ ਕੈਂਡੀਡੇਟ ਨੂੰ ਲਗਾਮ ਪਾ ਸਕੋ। ਜਸਵਿੰਦਰ ਸਿੰਘ ਧੀਮਾਨ ਬੋਲੇ ਜਾਂ ਸੁਰਜੀਤ ਸਿੰਘ ਧੀਮਾਨ? ਵੱਡੇ ਧਮਾਨ ਸਾਹਿਬ ਨੇ ਥਾਂ ਥਾਂ ਤੇ ਗੱਲ ਕੀਤੀ। ਇੱਜ਼ਤ ਜਾਂ ਆਪਣੇ ਬਾਰੇ ਅਨਾਪ ਸ਼ਨਾਪ ਸੁਣਨਾ ਨਾ ਤਾਂ ਬਰਦਾਸ਼ਤ ਕਰੂੰਗੀ ਤੇ ਨਾ ਪਹਿਲਾਂ ਕਦੀ ਕੀਤਾ ਹੈ। ਤਾਂ ਜਦੋਂ ਟਿਕਟ ਕੱਟ ਹੋਈ, ਤੁਸੀਂ ਆਪਣੇ ਮੁੱਖ ਮੰਤਰੀ ਨੂੰ ਜਾਂ ਪ੍ਰਧਾਨ ਨੂੰ ਮਿਲੇ, ਗੱਲਬਾਤ ਹੋਈ, ਮਨਾਉਣ ਦੀ ਕੋਸ਼ਿਸ਼ ਕੀਤੀ? ਮੁੱਖ ਮੰਤਰੀ ਸਾਹਿਬ ਨੇ, ਚੰਨੀ ਜੀ ਨੇ ਲਾਸਟ ਤੱਕ ਮੇਰਾ ਸਾਥ ਦਿੱਤਾ ਹੈ। ਉਹਨਾਂ ਨੇ ਮੇਰੀ ਲੜਾਈ ਵੀ ਲੜੀ ਹੈ ਕਿ ਸਿਰਫ ਇੱਕ ਬੰਦਾ ਅੜ ਗਿਆ। ਨਵਜੋਤ ਸਿੰਘ ਸਿੱਧੂ ਜੀ ਦੀ ਈਗੋ ਤੇ ਗੱਲ ਆ ਗਈ। ਉਹਨਾਂ ਨੇ ਜਿਹੜਾ ਆਪਣੇ ਮਨ 'ਚ ਇੱਕ ਪਲਾਨ ਬਣਾਇਆ ਸੀ ਕਿ ਮੈਂ ਆਪਣਾ ਭਤੀਜਾ ਅਮਰਗੜ੍ਹ ਫਿੱਟ ਕਰਨਾ। ਤੁਹਾਨੂੰ ਲੱਗਦਾ ਤੁਹਾਡੀ ਟਿਕਟ ਆ ਜਿਹੜੀ ਉਹਦੇ ਕੱਟੇ ਜਾਣ ਪਿੱਛੇ ਸਾਰੀ ਪਲੈਨਿੰਗ ਨਵਜੋਤ ਸਿੰਘ ਸਿੱਧੂ ਦੀ ਹੀ ਹੈ? ਬਿਲਕੁਲ ਜੀ, ਮੈਨੂੰ ਲੱਗਦਾ ਨਹੀਂ, ਮੈਨੂੰ ਪਤਾ ਹੈ ਔਰ ਇਹ ਗੱਲ ਸਾਰੇ ਮੇਰੇ ਕੋਲ ਮੰਨੇ ਹੈ। ਨਵਜੋਤ ਸਿੰਘ ਸਿੱਧੂ ਨੂੰ ਮਿਲੇ ਸੀ ਪ੍ਰਧਾਨ ਬਣਨ ਤੋਂ ਬਾਅਦ, ਤੇ ਉਹਨਾਂ ਨੇ ਮੈਨੂੰ ਦੇਖਦੇ ਹੀ ਗੱਲਬਾਤ ਮੇਰੇ ਨਾਲ ਠੀਕ ਕੀਤੀ, ਬਟ ਅਖੀਰ 'ਚ ਜਾਂਦੇ ਹੋਏ ਉਹਨਾਂ ਨੇ ਮੈਨੂੰ ਇੱਕ ਟੌਂਟ ਮਾਰਿਆ ਕਿ ਸੁਨਾਮ ਐਦਕੀ ਤੁਹਾਡੇ ਵਾਸਤੇ ਬੜਾ ਮੁਸ਼ਕਿਲ ਹੈ, ਪਰ ਜਾਂ ਤੁਸੀਂ ਐ ਕਰੋ, ਤੁਸੀਂ ਕੈਪਟਨ ਸਾਹਿਬ ਨੂੰ ਕਹੋ ਤੁਹਾਡਾ ਕੁਝ ਕਰਨ। ਮੈਂ ਤਾਂ ਉਸੇ ਦਿਨ ਮਨ ਬਣਾ ਲਿਆ ਸੀ ਕਿ ਮੈਂ ਦੁਬਾਰਾ ਇਹਨਾਂ ਦੇ ਮੱਥੇ ਨਹੀਂ ਲੱਗਣਾ। ਮੈਨੂੰ ਡਰ ਲੱਗਦਾ ਸੀਗਾ ਇਸ ਗੱਲ ਤੋਂ ਕਿ ਇਹ ਵਿਅਕਤੀ ਕਿਸੇ ਵੀ ਟਾਈਮ ਤੁਹਾਨੂੰ ਕੁਝ ਵੀ ਕਹਿ ਸਕਦਾ ਔਰ 20 ਬੰਦਿਆਂ ਦੇ ਵਿੱਚ ਖੜਿਆਂ ਨੂੰ ਕਹਿ ਸਕਦਾ ਹੈ, ਤਾਂ ਇਹੋ ਜਿਹੇ ਬੰਦੇ ਤੋਂ ਤਾਂ ਡਰਨਾ ਹੀ ਠੀਕ ਹੈ। ਰਾਹੁਲ ਦਾ ਕੀ ਜਵਾਬ ਸੀ ਸਪਸ਼ਟ? ਤੁਹਾਨੂੰ ਰਾਹੁਲ ਗਾਂਧੀ ਨੇ ਕੀ ਕਿਹਾ ਉਸ ਦਿਨ ਤੁਹਾਨੂੰ ਮਿਲ ਕੇ? ਜੀ ਮੈਂ ਤੁਹਾਨੂੰ ਦੱਸਾਂ ਕਿ ਐਡਾ ਵੱਡਾ ਉਹ ਸਾਰਾ ਬਣਾ ਕੇ ਕਿ ਜੀ ਰਾਹੁਲ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ, ਤੁਹਾਡੀ ਮੀਟਿੰਗ ਹੈ, ਤੁਸੀਂ ਪਹੁੰਚੋ। ਮੈਨੂੰ ਮਹਿਜ਼ 30 ਸੈਕਿੰਡ ਦਿੱਤੇ ਰਾਹੁਲ ਗਾਂਧੀ ਜੀ। ਮਤਲਬ ਕਿ 5 ਸਾਲ ਦੀ ਕੀਮਤ, ਸਿਰਫ 5 ਸਾਲ ਦੇ ਕੰਮਾਂ ਦਾ ਮੁੱਲ ਸਿਰਫ 30 ਸੈਕਿੰਡ ਸੀਗਾ। ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਲਈ ਜਦੋਂ ਕਾਂਗਰਸ ਦੀ ਦੂਜੀ ਸੂਚੀ ਆਈ ਤਾਂ ਬਹੁਤ ਸਾਰੇ ਦਾਅਵੇਦਾਰਾਂ ਦੇ ਨਾਮ ਕੱਟੇ ਗਏ ਟਿਕਟਾਂ ਦੀ ਸੂਚੀ ਦੇ ਵਿੱਚੋਂ, ਜਿਨ੍ਹਾਂ ਤੋਂ ਇੱਕ ਸੀ ਸੁਨਾਮ ਤੋਂ ਦਾਮਨ ਬਾਜਵਾ। ਉਸ ਤੋਂ ਬਾਅਦ ਬਾਗੀ ਵੀ ਹੋਏ ਤੇ ਹੁਣ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਆ। ਬੀਜੇਪੀ ਜੁਆਇਨ ਕਰਨ ਤੋਂ ਬਾਅਦ ਦਾਮਨ ਬਾਜਵਾ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਦਮਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ। ਅੱਛਾ, ਕਿਹੜੀ ਚੀਜ਼ ਨੇ ਤੁਹਾਨੂੰ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਆਉਣ ਲਈ ਮਜਬੂਰ ਕਰਤਾ? ਸਿਰਫ ਟਿਕਟ? ਨਹੀਂ ਜੀ, ਜੇ ਸਿਰਫ ਟਿਕਟ ਹੁੰਦੀ ਤਾਂ ਟਿਕਟ ਨਾ ਮਿਲਣ ਦਾ ਜਿਹੜਾ ਅਨੁਮਾਨ ਹੈ ਉਹ ਮੈਨੂੰ ਜਿਹੜਾ 15 ਤੋਂ 25 ਦੇ ਵਿੱਚ 10 ਦਿਨ ਸੀਗੇ ਉਦੋਂ ਹੀ ਹੋ ਗਿਆ ਸੀ। ਜਦੋਂ ਮੇਰਾ ਪਹਿਲੀ ਲਿਸਟ 'ਚ ਨਾਮ ਨਹੀਂ ਨਾ ਆਇਆ ਸੀ, ਮੈਂ ਤੇ ਮੇਰੇ ਹਸਬੈਂਡ ਨੇ ਅਸੀਂ ਉਦੋਂ ਹੀ ਇੱਕ ਦੂਜੇ ਨੂੰ ਮਤਲਬ ਅਸੀਂ ਇਹ ਕਨਵੇ ਕਰਤਾ ਸੀ, ਸਾਨੂੰ ਅਹਿਸਾਸ ਹੋ ਗਿਆ ਸੀਗਾ ਕਿ ਸਾਨੂੰ ਸ਼ਾਇਦ ਟਿਕਟ ਇਹ ਨਹੀਂ ਦੇਣ ਵਾਲੇ। ਸੋ ਜੇ ਮੈਂ ਬੀਜੇਪੀ 'ਚ ਉਦੋਂ ਹੀ ਆਣਾ ਹੁੰਦਾ ਤਾਂ ਮੈਂ ਨੈਕਸਟ ਡੇ ਹੀ ਆ ਜਾਂਦੀ। ਦੇਖੋ, ਟਾਈ ਅਪਸ ਤਾਂ ਹੁੰਦੇ ਹੀ ਹੈ, ਗੱਲਬਾਤ ਤਾਂ ਬੰਦਾ ਕਰ ਹੀ ਸਕਦਾ ਹੈ, ਚੈਨਲ ਤਾਂ ਖੋਲ ਹੀ ਸਕਦਾ ਹੈ, ਬਟ ਨਹੀਂ, ਮੈਂ ਉਸ ਤੋਂ ਬਾਅਦ ਵੀ 10 ਦਿਨ ਜਿਹੜੇ ਇਹ ਫੈਸਲਾ ਲੈਣ ਨੂੰ ਕੀਤੇ ਹੈ ਉਹ ਉਦੋਂ ਕੀਤਾ ਜਦੋਂ ਮੈਨੂੰ ਇਹ ਲੱਗਾ ਕਿ ਜਿਹੜੀ ਪਾਰਟੀ ਲਈ ਮੈਂ 8 ਸਾਲ ਤੇ ਮੇਰੇ ਪਤੀ ਨੇ 22 ਸਾਲ ਗਾਲੇ, ਹੁਣ ਅੱਜ ਤਾਂ ਗਾਲੇ ਹੀ ਕਵਾਂਗੇ ਕਿਉਂਕਿ ਸਾਨੂੰ ਤਾਂ ਕਾਂਗਰਸ ਤੋਂ ਅੱਗੇ ਜਾਂ ਪਿੱਛੇ ਕੁਝ ਨਜ਼ਰ ਹੀ ਨਹੀਂ ਸੀ ਆਉਂਦਾ, ਤੇ ਉਸ ਪਾਰਟੀ ਨੇ ਜਦੋਂ ਸਾਨੂੰ ਬਿਲਕੁਲ ਹੀ ਮਜਬੂਰ ਕਰਕੇ, ਜਿੱਦਾਂ ਜਿਹਨੂੰ ਕਹਿੰਦੇ ਨਾ ਵੈਨ ਦੇ ਪੁਸ਼ਡ ਅਸ ਟੂ ਦੀ ਵਾਲ, ਉਦੋਂ ਜਾ ਕੇ ਅਸੀਂ ਇਹ ਫੈਸਲਾ ਲੈਣ ਤੇ ਮਜਬੂਰ ਹੋਏ। ਜਿਹੜੀ ਪਾਰਟੀ ਲਈ ਅਸੀਂ ਦਿਨ ਰਾਤ ਇੱਕ ਕੀਤੀ, ਉਹ ਸਾਡੀ ਇੱਜ਼ਤ ਤੇ ਆਬਰੂ ਵੀ ਨਹੀਂ ਬਚਾ ਸਕੀ। ਮੈਂ ਚੀਕ ਕੇ ਆਪਣੇ ਜਿਹੜੇ ਸੀਨੀਅਰਸ ਨੇ, ਲੀਡਰਸ਼ਿਪ ਹੈ, ਉਹਨਾਂ ਨੂੰ ਕਹੀ ਗਈ ਕਿ ਜੀ ਤੁਹਾਡਾ ਜਿਹੜਾ ਆਫੀਸ਼ੀਅਲ ਕੈਂਡੀਡੇਟ ਹੈ ਉਹ ਮੇਰੇ ਬਾਰੇ ਗਲਤ ਬੋਲ ਰਿਹਾ, ਬਿਨਾਂ ਲੋੜ ਤੋਂ ਬੋਲ ਰਿਹਾ। ਮੈਂ ਇੱਕ ਕੁੜੀ ਆ ਔਰ ਐਸੀ ਕੁੜੀ ਜਿਹਨੇ ਮਿਹਨਤ ਨਾਲ ਆ ਮਕਾਮ ਹਾਸਲ ਕੀਤਾ। ਮੈਨੂੰ ਤੁਸੀਂ ਟਿਕਟ ਨਹੀਂ ਦਿੱਤੀ, ਬੇਸ਼ੱਕ ਕੋਈ ਗੱਲ ਨਹੀਂ, ਇਟਸ ਓਕੇ। ਹਰ ਬੰਦੇ ਨੂੰ ਜ਼ਿੰਦਗੀ ਵਿੱਚ ਕਈ ਓਪਰਚੁਨਿਟੀਜ਼ ਆ ਜਾਂਦੀਆਂ, ਬਟ ਘੱਟੋ ਘੱਟ ਇੰਨਾ ਕੁ ਡਿਸਪਲਿਨ ਤਾਂ ਪਾਰਟੀ 'ਚ ਚਾਹੀਦਾ ਹੈ ਨਾ, ਇੰਨਾ ਕੁ ਤਾਂ ਹਾਈ ਕਮਾਂਡ 'ਚ ਦਮ ਚਾਹੀਦਾ ਹੈ ਕਿ ਤੁਸੀਂ ਆਪਣੇ ਆਫੀਸ਼ੀਅਲ ਕੈਂਡੀਡੇਟ ਨੂੰ ਲਗਾਮ ਪਾ ਸਕੋ, ਤੁਸੀਂ ਉਹਨੂੰ ਇਹ ਕਹਿ ਸਕੋ ਕਿ ਤੁਸੀਂ ਆਪਣੀ ਕੈਂਪੇਨ ਕਰੋ, ਤੁਸੀਂ ਉਸ ਨੂੰ ਨਹੀਂ ਮਨਾਉਣਾ ਨਾ ਮਨਾਓ, ਤੁਹਾਨੂੰ ਉਸ ਦੀ ਨਹੀਂ ਲੋੜ ਮਹਿਸੂਸ ਹੁੰਦੀ, ਬੇਸ਼ੱਕ ਉਹਦੇ ਕੋਲ ਨਾ ਜਾਓ, ਪਰ ਉਹ ਕਾਂਗਰਸ ਦਾ ਇੱਕ ਹਿੱਸਾ ਹੈ ਤੇ ਉਹਦੇ ਬਾਰੇ ਅਨਾਪ ਸ਼ਨਾਪ ਪਬਲਿਕਲੀ ਬੋਲਣਾ ਬੰਦ ਕਰ ਦਿਓ। ਜਦੋਂ ਉੱਥੋਂ ਵੀ ਇਹ ਉਹਨੂੰ ਰੋਕ ਨਹੀਂ ਸਕੇ, ਫਿਰ ਮੈਂ ਫੈਸਲਾ ਲਿਆ ਕਿ ਹੁਣ ਮੈਂ ਜਸਵਿੰਦਰ ਸਿੰਘ ਧੀਮਾਨ ਬੋਲੇ ਜਾਂ ਸੁਰਜੀਤ ਸਿੰਘ ਧੀਮਾਨ? ਜ਼ਿਆਦਾ ਜਿਹੜੇ ਹੈਗੇ ਜੋ ਮੈਨੂੰ, ਮੈਂ ਵੈਸੇ ਸੁਣਿਆ ਨਹੀਂ, ਬਟ ਯੈਸ
ਮੈਨੂੰ ਬੜੇ ਹੀ ਜਿਹੜੀਆਂ ਹੈਗੀਆਂ ਰਿਲਾਇਬਲ ਸੋਰਸਸ ਤੋਂ ਇਹ ਪਤਾ ਲੱਗਾ ਹੈ। ਇਨਫੈਕਟ ਆਪਣੇ ਜਰਨਲਿਸਟ ਭਰਾਵਾਂ ਤੋਂ ਹੀ ਪਤਾ ਲੱਗਾ ਹੈ ਕਿ ਵੱਡੇ ਧਮਾਨ ਸਾਹਿਬ ਨੇ ਥਾਂ ਤੇ ਗੱਲ ਕੀਤੀ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ, ਅਸੀਂ ਉਹਨਾਂ ਨਾਲ ਸਟੇਜ ਨਹੀਂ ਸਾਂਝੀ ਕਰਾਂਗੇ, ਇਹ ਹੈ ਫਲਾਣਾ ਹੈ। ਤੁਹਾਡੇ ਕੋਲ ਜੇ ਕਿਸੇ ਵੀ ਚੀਜ਼ ਦਾ ਕੋਈ ਪ੍ਰੂਫ ਹੈ, ਕੋਈ ਤੱਤ ਹੈ, ਤਾਂ ਤੁਸੀਂ ਆ ਕੇ ਮੇਰੇ ਨਾਲ ਸ਼ਰੇਆਮ ਡਿਬੇਟ ਕਰੋ, ਮੈਂ ਤੁਹਾਨੂੰ ਵੈਲਕਮ ਕਰਦੀ ਹਾਂ। ਮੈਂ ਗੱਲ ਕੀਤੀ ਸੀ ਭਰਾ ਭਤੀਜਾਵਾਦ ਦੇ ਖਿਲਾਫ, ਜੋ ਕਿ ਇੱਕ ਜੱਗ ਜਾਹਿਰ ਗੱਲ ਹੈ, ਜੋ ਕਿ ਹਰ ਬੰਦੇ ਨੂੰ ਨਜ਼ਰ ਆ ਰਹੀ ਹੈ। ਮੈਂ ਕਿਸੇ ਤੇ ਕੋਈ ਨਿੱਜੀ ਤੋਹਮਤ ਜਾਂ ਨਿੱਜੀ ਕਿਸੇ ਤੇ ਕੋਈ ਕਮੈਂਟ ਨਹੀਂ ਸੀ ਕੀਤਾ, ਬਟ ਜੇ ਤੁਸੀਂ ਮੇਰੀ ਇੱਜ਼ਤ ਤੇ ਆਪ, ਮੈਂ ਇੱਕ ਬੜੇ ਹੀ ਇੱਜ਼ਤਦਾਰ ਘਰ ਦੀ ਨੂੰਹ ਆ, ਇੱਕ ਇੱਜ਼ਤਦਾਰ ਘਰ ਦੀ ਧੀ ਆ, ਔਰ ਇਸ ਪੋਲਿਟਿਕਸ ਵਿੱਚ ਆਈ ਆ ਇੱਕ ਏਜੰਡੇ ਦੇ ਨਾਲ, ਇੱਕ ਮਕਸਦ ਦੇ ਨਾਲ। ਮੈਂ ਇੱਥੇ ਆਪਣੀ ਇੱਜ਼ਤ ਜਾਂ ਆਪਣੇ ਬਾਰੇ ਅਨਾਬ ਸ਼ਨਾਬ ਸੁਣਨਾ ਨਾ ਤਾਂ ਬਰਦਾਸ਼ਤ ਕਰੂੰਗੀ ਤੇ ਨਾ ਪਹਿਲਾਂ ਕਦੀ ਕੀਤਾ ਹੈ, ਤੇ ਉਸ ਦੀ ਲੜਾਈ ਤਾਂ ਮੈਂ ਮਰਦੇ ਦਮ ਤੱਕ ਲੜੂੰਗੀ। ਜਿਸ ਤਰ੍ਹਾਂ ਤੁਸੀਂ ਕਿਹਾ ਸੀ ਤੁਹਾਡਾ ਦਾਅਵਾ ਬਹੁਤ ਵੱਡਾ ਸੀ, ਤੁਸੀਂ 5 ਸਾਲ ਕੰਮ ਕੀਤਾ, ਤਾਂ ਜਦੋਂ ਟਿਕਟ ਕੱਟ ਹੋਈ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਜਾਂ ਪ੍ਰਧਾਨ ਨੂੰ ਮਿਲੇ, ਗੱਲਬਾਤ ਹੋਈ, ਮਨਾਉਣ ਦੀ ਕੋਸ਼ਿਸ਼ ਕੀਤੀ? ਵੀ ਜੀ ਗੱਲ ਇਹ ਹੈ, ਮੈਂ ਦੇਖੋ ਮੁੱਖ ਮੰਤਰੀ ਸਾਹਿਬ ਨੇ, ਚੰਨੀ ਜੀ ਨੇ ਲਾਸਟ ਤੱਕ ਮੇਰਾ ਸਾਥ ਦਿੱਤਾ ਹੈ, ਉਹਨਾਂ ਨੇ ਮੇਰੀ ਲੜਾਈ ਵੀ ਲੜੀ ਹੈ, ਬਟ ਅਫਸੋਸ ਉੱਥੇ ਵੀ ਦੁੱਖ ਮਹਿਸੂਸ ਹੁੰਦਾ ਹੈ ਕਿ ਸਾਡੇ ਵਰਗੇ ਜਿਹੜੇ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਮਿਹਨਤੀ ਲੋਕ ਨੇ, ਜਾਂ ਜਿਹੜੇ ਆਮ ਘਰਾਂ ਤੋਂ ਸੰਬੰਧ ਰੱਖਦੇ ਨੇ, ਜਿਨ੍ਹਾਂ ਕੋਲ ਕੋਈ ਸਿਫਾਰਿਸ਼ ਨਹੀਂ, ਉਹਨਾਂ ਦਾ ਫਿਰ ਕੌਣ ਰਾਖਾ ਹੈ ਇਹੋ ਜਿਹੀਆਂ ਪਾਰਟੀਆਂ 'ਚ, ਜਿੱਥੇ ਕਿ ਸਿਰਫ ਇੱਕ ਬੰਦਾ ਅੜ ਗਿਆ। ਨਵਜੋਤ ਸਿੰਘ ਸਿੱਧੂ ਜੀ ਦੀ ਈਗੋ ਤੇ ਗੱਲ ਆ ਗਈ, ਉਹਨਾਂ ਨੇ ਜਿਹੜਾ ਆਪਣੇ ਮਨ 'ਚ ਇੱਕ ਪਲਾਨ ਬਣਾਇਆ ਸੀ ਕਿ ਮੈਂ ਆਪਣਾ ਭਤੀਜਾ ਅਮਰਗੜ੍ਹ ਫਿੱਟ ਕਰਨਾ ਤੇ ਅਮਰਗੜ੍ਹ ਵਾਲੇ ਲਿਆ ਕੇ ਸੁਨਾਮ ਫਿੱਟ ਕਰਨੇ ਹੈ, ਉਹ ਜਦੋਂ ਉਸ ਚੀਜ਼ ਤੋਂ ਟਸ ਤੋਂ ਮਸ ਨਹੀਂ ਸੀ ਹੋ ਰਹੇ, ਤਾਂ ਫਿਰ ਹਾਈ ਕਮਾਂਡ ਵੀ ਇਹਦਾ ਮਤਲਬ ਉਨੀ ਐਡਿਕੁਏਟ ਨਹੀਂ ਸੀ, ਉਨੀ ਮਜ਼ਬੂਤ ਨਹੀਂ ਸੀ ਕਿ ਉਹ ਉਸ ਬੰਦੇ ਨੂੰ ਕਹਿ ਸਕਣ ਕਿ ਬਈ ਅਸੀਂ ਆਪਣੇ ਪਾਰਟੀ ਵਰਕਰਸ ਨੂੰ ਤਵੱਜੋ ਦੇਣੀ ਹੈ, ਅਸੀਂ ਲੀਡਰਾਂ ਦੇ ਮੁੰਡਿਆਂ ਨੂੰ, ਭਤੀਜਿਆਂ ਨੂੰ ਤਵੱਜੋ ਨਹੀਂ ਦੇਣੀ। ਕੀ ਕੁਆਲੀਫਿਕੇਸ਼ਨ ਹੈ ਅੱਜ ਸਮਿਤ ਸਿੰਘ ਜੀ ਦੀ ਜਾਂ ਈਵਨ ਜਸਵਿੰਦਰ? ਮੇਰੀ ਇਹਨਾਂ ਨਾਲ ਕੋਈ ਨਿੱਜੀ ਲੜਾਈ ਨਹੀਂ, ਪਰ ਮੇਰੀ ਇੰਨੀ ਕੁ ਤਾਂ ਸਵਾਲ ਕਰਨਾ ਬਣਦਾ ਹੈ ਨਾ ਕਿ ਤੁਸੀਂ ਦੱਸੋ, ਤੁਸੀਂ ਪਾਰਟੀ ਲਈ ਕੀ ਕੀਤਾ ਹੈ, ਤੁਸੀਂ ਸੁਨਾਮ ਜਾਂ ਅਮਰਗੜ੍ਹ ਲਈ ਕੀ ਕੀਤਾ ਹੈ, ਤੇ ਮੈਂ ਦੱਸਦੀ ਹਾਂ ਕਿ ਮੈਂ ਕੀ ਕੀਤਾ ਹੈ। ਫਿਰ ਦੇਖੋ ਕਿ ਕਿਹਦਾ ਕੈਂਡੀਡੇਚਰ ਸਟਰੋਂਗ ਸੀਗਾ। ਜਦੋਂ ਸੁਨਾਮ ਤੋਂ ਕਿਸੇ ਵਿਅਕਤੀ ਨੇ ਟਿਕਟ ਅਪਲਾਈ ਤੱਕ ਨਹੀਂ ਕੀਤੀ, ਕਾਂਗਰਸ ਇੰਨੀ ਯੂਨਾਈਟਿਡ ਸੀ ਸੁਨਾਮ ਸੀਟ ਤੇ, ਕਿਸੇ ਦੂਜੇ ਬੰਦੇ ਨੇ ਸੁਨਾਮ ਤੋਂ ਟਿਕਟ ਅਪਲਾਈ ਨਹੀਂ ਸੀ ਕੀਤੀ ਕਾਂਗਰਸ ਦੀ। ਉਸ ਦੇ ਬਾਵਜੂਦ ਤੁਸੀਂ ਇੱਕ ਬਾਹਰੋਂ ਬੰਦੇ ਨੂੰ ਪੈਰਾਸ਼ੂਟ ਰਾਹੀਂ ਇੱਥੇ ਲੈ ਆਉਂਦੇ ਹੋ, ਸਿਰਫ ਕਿਉਂਕਿ ਇੱਕ ਤੁਹਾਡਾ ਮਨ ਕਰ ਰਿਹਾ ਹੈ। ਮਤਲਬ ਤਾਂ ਪਾਰਟੀ 'ਚ ਨਾ ਕੋਈ ਡਿਸਪਲਿਨ ਹੈ ਤੇ ਨਾ ਹੀ ਪਾਰਟੀ ਵਿੱਚ ਕੋਈ ਵੀ ਇਹੋ ਜਿਹਾ ਚੈੱਕਿਆਂ ਬੈਲੈਂਸ ਹੈ ਜਿਹਦੇ ਨਾਲ ਸਾਡੇ ਵਰਗੇ ਆਮ ਘਰਾਂ ਦੇ ਨੌਜਵਾਨਾਂ ਦੀ ਰੱਖਿਆ ਕੀਤੀ ਜਾ ਸਕੇ। ਅੱਛਾ, ਤੁਹਾਨੂੰ ਲੱਗਦਾ ਤੁਹਾਡੀ ਟਿਕਟ ਆ ਜਿਹੜੀ ਉਹਦੇ ਕੱਟੇ ਜਾਣ ਪਿੱਛੇ ਸਾਰੀ ਪਲੈਨਿੰਗ ਨਵਜੋਤ ਸਿੰਘ ਸਿੱਧੂ ਦੀ ਹੀ ਆ? ਬਿਲਕੁਲ ਜੀ, ਮੈਨੂੰ ਲੱਗਦਾ ਨਹੀਂ, ਮੈਨੂੰ ਪਤਾ ਹੈ, ਔਰ ਇਹ ਗੱਲ ਸਾਰੇ ਮੇਰੇ ਕੋਲ ਮੰਨੇ ਹੈ, ਕਿਉਂਕਿ ਦੇਖੋ ਜਿਸ ਦਿਨ ਤੋਂ ਟਿਕਟਾਂ ਵਾਲਾ ਇਹ ਪ੍ਰੋਸੈਸ ਸ਼ੁਰੂ ਹੋਇਆ ਸੀ, ਅੱਜ ਤੋਂ 3-4 ਮਹੀਨੇ ਪਹਿਲਾਂ, ਅਕਤੂਬਰ ਦੀ ਗੱਲ ਹੈ, ਜਦੋਂ ਹਰੀਸ਼ ਚੌਧਰੀ ਜੀ ਤੇ ਕ੍ਰਿਸ਼ਨਾ ਜੀ ਆ ਕੇ ਚੰਡੀਗੜ੍ਹ ਲੋਕਾਂ ਨੂੰ ਓਪਨਲੀ ਮਿਲਣ ਲੱਗੇ ਸੀ, ਕੈਂਡੀਡੇਟਸ ਨੂੰ, ਮੇਰੀ ਉਦੋਂ ਉਹਨਾਂ ਨਾਲ ਖੁੱਲ ਕੇ ਗੱਲ ਹੋਈ ਕਿ ਸਰ ਮੈਂ ਕੰਮ ਕੀਤਾ ਹੈ 5 ਸਾਲ, ਮੈਂ ਮਿਹਨਤ ਕੀਤੀ ਹੈ, ਪਰ ਮੈਂ ਇੱਕ ਆਮ ਜੇ ਘਰ ਦੀ ਕੁੜੀ ਹਾਂ, ਮੇਰੇ ਕੋਈ ਬਹੁਤ ਵੱਡੇ ਸੁਪਨੇ ਨਹੀਂ ਹੈਗੇ, ਨਾ ਮੇਰੇ ਨਾ ਮੇਰੇ ਘਰ ਵਾਲੇ ਦੇ। ਇੰਨੇ ਕ ਅਸੀਂ ਸક્ષਮ ਜ਼ਰੂਰ ਹਾਂ ਕਿ ਅਸੀਂ ਇੰਨਾ ਕੁ ਜਾਣਦੇ ਹਾਂ ਕਿ ਜੇ ਅਸੀਂ ਮਿਹਨਤ ਕਰਾਂਗੇ ਅਸੀਂ ਆਪਣਾ ਬਹੁਤ ਵਧੀਆ ਗੁਜ਼ਾਰਾ ਕਰ ਸਕਦੇ ਹਾਂ। ਬਟ ਤੁਸੀਂ ਕਾਈਂਡਲੀ ਸਾਨੂੰ ਅੱਜ ਦੱਸ ਦਿਓ, ਕਿਉਂਕਿ ਸਾਨੂੰ ਇਹ ਸੁਣਨ ਚ ਆ ਰਿਹਾ ਕਿ ਸਿੱਧੂ ਸਾਹਿਬ ਸਾਡੀ ਸੀਟ ਤੇ ਕਿਸੇ ਹੋਰ ਨੂੰ ਲਿਆਣਾ ਚਾਹ ਰਹੇ ਆ। ਉਹਨਾਂ ਨੇ 2-3 ਬੰਦਿਆਂ ਨੂੰ ਇੱਥੇ ਆਉਣ ਲਈ ਥਾਪੜਾ ਵੀ ਦਿੱਤਾ ਹੈ ਕਿ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਸਾਨੂੰ ਅੱਜ ਦੱਸ ਦਿਓ। ਅਸੀਂ ਅੱਜ 20 ਚੀਜ਼ਾਂ ਹੁੰਦੀਆਂ ਪਾਰਟੀ 'ਚ, 20 ਐਵੇਨਿਊਜ਼ ਹੁੰਦੇ ਆ ਜਿਨ੍ਹਾਂ ਤੇ ਤੁਸੀਂ ਐਡਜਸਟ ਹੋ ਕੇ ਕੰਮ ਕਰ ਸਕਦੇ ਹੋ, ਇਲਾਕੇ ਦੇ ਕੰਮ ਕਰ ਸਕਦੇ ਹੋ ਤੁਸੀਂ। ਬਟ ਮੈਨੂੰ ਕਾਈਂਡਲੀ ਗੁੰਮਰਾਹ ਨਾ ਕਰਿਓ ਕਿ ਮੈਂ 3 ਮਹੀਨੇ, ਕਿਉਂਕਿ ਕੈਂਪੇਨ ਦੇਖੋ ਲਾਸਟ 3 ਮਹੀਨਿਆਂ 'ਚ ਹੀ ਜਿਹੜਾ ਹੁੰਦਾ ਉਹ ਸ਼ੂਟ ਅਪ ਕਰਦਾ ਹੈ। ਐਕਸਪੈਂਸਿਸ ਵੀ, ਕੋਈ ਮੈਂ ਬਹੁਤ ਕਿਸੇ ਤਕੜੇ ਘਰ ਦੀ ਧੀ ਨਹੀਂ ਹੈਗੀ, ਹੈ ਨਾ, ਇੱਕ ਆਮ ਜੇ ਸਧਾਰਨ ਜੇ ਪਰਿਵਾਰ ਤੋਂ ਸੰਬੰਧ ਰੱਖਦੀ ਆ। ਤੁਹਾਡੇ ਖਰਚੇ ਵੀ ਦੁੱਗਣੇ ਹੋ ਜਾਂਦੇ ਆ, ਤੁਹਾਡੀ ਮੈਨ ਪਾਵਰ, ਤੁਹਾਡੇ ਲੋਕਾਂ ਦੀਆਂ ਤੁਹਾਡੇ ਨਾਲ ਆਸਾਂ, ਉਮੀਦਾਂ, ਅਪੇਖਸ਼ਾਵਾਂ, ਸਾਰਾ ਕੁਝ ਡਬਲ ਹੋ ਜਾਂਦਾ ਹੈ ਕਿ ਤੁਸੀਂ ਇਹ ਨਾ ਕਰਿਓ ਕਿ ਸਾਨੂੰ ਐਨ ਮਤਲਬ ਜਿਹੜਾ ਕਹਿੰਦੇ ਨਾ ਉੱਪਰ ਲਿਜਾ ਕੇ, ਟੌਪ ਤੇ ਲਿਜਾ ਕੇ ਤੇ ਸਾਡੇ ਥੱਲੇ ਤੁਸੀਂ ਜਿਹੜੀ ਪੌੜੀ ਉਹ ਖਿੱਚਦੇ ਹੋ। ਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਦੇ ਵਰ ਆਲ ਲਾਈਕ ਬਿਲਕੁਲ ਨਹੀਂ, ਤੁਹਾਡੇ ਇਲਾਵਾ ਉੱਥੇ ਹੈ ਕੌਣ? ਨਵਜੋਤ ਸਿੰਘ ਸਿੱਧੂ ਨੂੰ ਮਿਲੇ ਸੀ ਪ੍ਰਧਾਨ ਬਣਨ ਤੋਂ ਬਾਅਦ? ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ, ਜੇ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਮੈਂ ਉਦੋਂ ਮਿਲੀ ਸੀ ਜਦੋਂ ਹਲੇ ਕੈਪਟਨ ਸਾਹਿਬ ਵੀ ਮੁੱਖ ਮੰਤਰੀ ਸੀਗੇ ਪੰਜਾਬ ਦੇ, ਤੇ ਉਹ ਪੀਸੀਸੀ ਪ੍ਰਧਾਨ ਨਵੇਂ ਬਣੇ ਸੀ। ਮੈਂ ਉਸ ਤੋਂ 4-5-10 ਦਿਨ ਬਾਅਦ ਉਹਨਾਂ ਨੂੰ ਮਿਲੀ ਸੀਗੀ, ਲਾਈਕ ਅ ਪ੍ਰੋਟੋਕਾਲ ਜਿਹੜਾ ਹੁੰਦਾ ਹੈ, ਜਾ ਕੇ ਅਸੀਂ ਆਪਣੇ ਪ੍ਰਧਾਨ ਨੂੰ ਮਿਲਣਾ ਹੁੰਦਾ ਹੈ, ਇੱਕ ਕਰਟਸੀ ਕਾਲ ਦੇਣੀ ਹੁੰਦੀ ਹੈ। ਮੈਂ ਉਸ ਹਿਸਾਬ ਨਾਲ ਗਈ ਔਰ ਬੜੇ ਮਤਲਬ ਨਿੰਮ ਕੇ ਮੈਂ ਉਹਨਾਂ ਨੂੰ ਸਵਾਗਤ ਵੀ ਕੀਤਾ, ਉਹਨਾਂ ਦਾ ਪੀਸੀਸੀ ਪ੍ਰਧਾਨ ਬਣੇ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ। ਬਟ ਮੈਨੂੰ ਹੈਰਾਨੀ ਉਦੋਂ ਹੋਈ ਕਿ ਜਦੋਂ ਮੈਂ ਤਾਂ ਇੱਕ ਪਾਰਟੀ ਦੀ ਨਿਮਾਣੀ ਜੀ ਵਰਕਰ ਆ, ਮੈਂ ਤਾਂ ਉੱਡੀ ਹੈ ਹੀ ਨਹੀਂ, ਤੇ ਉਹਨਾਂ ਨੇ ਮੈਨੂੰ ਦੇਖਦੇ ਹੀ
ਗੱਲਬਾਤ ਮੇਰੇ ਨਾਲ ਠੀਕ ਕੀਤੀ, ਬਟ ਅਖੀਰ ਚ ਜਾਂਦੇ ਹੋਏ ਉਹਨਾਂ ਨੇ ਮੈਨੂੰ ਇੱਕ ਟੌਂਟ ਮਾਰਿਆ ਕਿ ਸੁਨਾਮ ਐਦਕੀ ਤੁਹਾਡੇ ਵਾਸਤੇ ਬੜਾ ਮੁਸ਼ਕਿਲ ਹੈ। ਤੇ ਮੈਂ ਕਿਹਾ ਕਿ ਸਰ ਮੈਂ ਤਾਂ 5 ਸਾਲ ਸੁਨਾਮ ਹੀ ਰਹੀ ਹਾਂ, ਮੈਂ ਤਾਂ ਸੁਨਾਮ ਹੀ ਕੰਮ ਕੀਤਾ। ਤੇ ਮੈਨੂੰ ਕਹਿੰਦੇ ਕਿ ਕੋਈ ਗੱਲ ਨਹੀਂ ਬੇਟਾ, ਹੋ ਜਾਂਦਾ ਹੈ ਜ਼ਿੰਦਗੀ 'ਚ, ਪਰ ਜਾਂ ਤੁਸੀਂ ਐ ਕਰੋ, ਤੁਸੀਂ ਕੈਪਟਨ ਸਾਹਿਬ ਨੂੰ ਕਹੋ ਤੁਹਾਡਾ ਕੁਝ ਕਰਨ, ਕੈਪਟਨ ਸਾਹਿਬ ਨੂੰ ਕਹੋ ਤੁਹਾਡਾ ਕੁਝ ਕਰਨ, ਤੁਹਾਨੂੰ ਤਕੜੇ ਕਰਨ। ਮੈਨੂੰ ਉਦੋਂ ਹੀ ਮੇਰਾ ਮੱਥਾ ਠਣਕਿਆ ਔਰ ਮੈਨੂੰ ਇਹ ਗੱਲ ਸਮਝ ਆ ਗਈ ਕਿ ਇਹ ਗੱਲ ਇੱਕ ਟੌਂਟ ਹੈ। ਔਰ ਮੈਂ ਉਸ ਦਿਨ ਹੀ ਇਹਨਾਂ ਦੇ ਦਫ਼ਤਰ ਚੋਂ ਬਾਹਰ ਆ ਕੇ ਹਰਮਨ ਨੂੰ ਕਿਹਾ ਕਿ ਜੇ ਮੇਰੇ ਹਸਬੰਡ ਦਾ ਨਾਮ ਹਰਮਨ ਹੈ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਿਹੜਾ ਵਿਅਕਤੀ PCC ਪ੍ਰਧਾਨ ਦੀ ਕੁਰਸੀ ਤੇ ਬੈਠ ਕੇ ਕਿਸੇ ਇੱਕ ਪਾਰਟੀ ਦੇ ਇੱਕ ਨਾਰਮਲ ਜੇ ਸਧਾਰਨ ਜੇ ਵਰਕਰ ਨੂੰ ਇਹੋ ਜਿਹਾ ਟੌਂਟ ਮਾਰ ਸਕਦਾ ਹੈ, ਤਾਂ ਫਿਰ ਇਹ ਬੰਦਾ ਮਤਲਬ ਹਰ ਹੱਦ ਤੱਕ ਜਾਊਗਾ ਸਾਡਾ ਮਤਲਬ ਸਾਨੂੰ ਕੱਟਣ ਲਈ ਜਾਂ ਸਾਡਾ ਵਿਰੋਧ ਕਰਨ ਲਈ। ਸੋ ਮੈਂ ਕਿਹਾ ਕਿ ਹਰਮਨ ਆਪਾਂ ਆਪਣਾ ਵਿਚਾਰ ਲਈਏ ਕਿ ਮੈਨੂੰ ਹੁਣ ਆਪਣਾ ਥੋੜਾ ਔਖਾ ਹੀ ਲੱਗਦਾ। ਸੋ ਹਰਮਨ ਸੈਡ ਕਿ ਨਹੀਂ, ਆਪਾਂ ਕੰਮ ਕੀਤਾ ਐਂਡ ਕਾਂਗਰਸ ਪਾਰਟੀ ਕੋਈ ਇੱਕ ਬੰਦੇ ਦੇ ਸਿਰ ਤੇ ਨਹੀਂ ਚੱਲਦੀ, ਕਾਂਗਰਸ ਵਿੱਚ ਬਹੁਤ ਚੈਕਸ ਐਂਡ ਬੈਲੈਂਸਸ ਹੈ, ਬਟ ਅਫਸੋਸ ਪਾਰਟੀ ਇੱਕ ਬੰਦੇ ਦੇ ਹੱਥ ਮਜਬੂਰ ਹੋ ਗਈ। ਅੱਛਾ, ਤੁਸੀਂ ਤੇ ਰਾਹੁਲ ਗਾਂਧੀ ਦੀ ਟੀਮ ਦੇ ਵਿੱਚ, ਰਾਹੁਲ ਬ੍ਰਿਗੇਡ ਕਹੇ ਜਾਂਦੇ ਸੀ ਨਾ ਕੁਛ ਚਿਹਰੇ ਪੰਜਾਬ ਦੇ, ਤੁਸੀਂ ਉਹਨਾਂ ਦੇ ਵਿੱਚੋਂ ਸੀ। ਰਾਹੁਲ ਲੁਧਿਆਣਾ ਆਏ, ਤੁਹਾਡੇ ਹਸਬੈਂਡ ਉਹਨਾਂ ਨੂੰ ਮਿਲਦੇ ਨੇ, ਤਾਂ ਤੁਹਾਡੇ ਪੁਰਾਣੇ ਲੀਡਰ ਨੇ ਕੀ ਕਿਹਾ ਫਿਰ? ਨਹੀਂ, ਮੈਂ ਵੀ ਮਿਲੀ ਸੀ, ਮੈਂ ਨਾਲ ਹੀ ਸੀ। ਬਿਲਕੁਲ ਅਸੀਂ ਰਾਹੁਲ ਜੀ ਦੀ ਬ੍ਰਿਗੇਡ ਕਹੀ ਜਾਂਦੇ ਸੀਗੇ, ਕਿਉਂਕਿ ਮੈਨੂੰ ਪਿਛਲੀ ਵਾਰ ਵੀ ਟਿਕਟ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਰਜ਼ੀ ਤੋਂ ਖਿਲਾਫ ਜਾ ਕੇ ਰਾਹੁਲ ਜੀ ਨੇ ਦਿੱਤੀ ਸੀਗੀ ਔਰ ਮੈਂ ਉਸ ਚੀਜ਼ ਲਈ ਉਹਨਾਂ ਦੀ ਸ਼ੁਕਰਗੁਜ਼ਾਰ ਵੀ ਹਾਂ। ਔਰ ਪਰ ਮੈਂ ਉਸ ਚੀਜ਼ ਨੂੰ ਕਦੀ ਵੀ ਫॉर ਗ੍ਰਾਂਟਡ ਨਹੀਂ ਲਿਆ, ਮੈਂ ਉਸ ਲਈ ਕੰਮ ਕੀਤਾ, ਮੈਂ ਆਪਣੇ ਆਪ ਨੂੰ ਪ੍ਰੂਵ ਕੀਤਾ ਕਿ ਜੇ ਮੈਨੂੰ ਟਿਕਟ ਦਿੱਤੀ ਗਈ ਹੈ ਤਾਂ ਮੈਂ 5 ਸਾਲ ਫਿਰ ਉਸ ਮੋਰਚੇ ਨੂੰ ਸੰਭਿਆ, ਮੈਂ ਉਸ ਤੋਂ ਪੈਰ ਪਿੱਛੇ ਨਹੀਂ ਖਿੱਚੇ ਹਾਰਨ ਦੇ ਬਾਵਜੂਦ। ਸੋ ਜਿਹੜੀ ਤੁਸੀਂ ਲੁਧਿਆਣੇ ਮਿਲਣ ਬਾਰੇ ਗੱਲ ਕਰਦੇ ਹੋ, ਲੁਧਿਆਣੇ ਅਸੀਂ ਗਏ, ਸਾਨੂੰ ਇਹੀ ਕਿਹਾ ਗਿਆ ਕਿ ਰਾਹੁਲ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ, ਤੁਸੀਂ ਕੰਮ ਕੀਤਾ, ਰਾਹੁਲ ਜੀ ਦੇ ਧਿਆਨ 'ਚ ਹੈ ਕਿ ਤੁਸੀਂ ਕੰਮ ਕੀਤਾ, ਰਾਹੁਲ ਜੀ ਤੁਹਾਡੇ ਕੀਤੇ ਕੰਮਾਂ ਦੀ ਕਦਰ ਕਰਦੇ ਆ। ਠੀਕ ਹੈ, ਜੋ ਫੈਸਲਾ ਲਿਆ ਗਿਆ ਉਹ ਗਲਤ ਹੈ, ਉਹ ਹੁਣ ਰਿਵਰਸ ਨਹੀਂ ਹੋ ਸਕਦਾ, ਪਰ ਤੁਸੀਂ ਇੱਕ ਵਾਰੀ ਰਾਹੁਲ ਜੀ ਨੂੰ ਮਿਲੋ। ਉਦੋਂ ਤੱਕ ਮੈਂ ਹਲੇ ਇੰਡੀਪੈਂਡੈਂਟ ਦੇ ਕਾਗਜ਼ ਭਰੇ ਹੋਏ ਸੀ, ਮੈਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਕਾਈਂਡਲੀ ਕਾਗਜ਼ ਵਾਪਸ ਲਓ, ਇੰਡੀਪੈਂਡੈਂਟ ਲੜ ਕੇ ਕਿਸੇ ਦਾ ਕੋਈ ਭਲਾ ਨਹੀਂ ਹੋਣਾ, ਸਗੋਂ ਕਾਂਗਰਸ ਹੀ ਦੋ ਫਾੜ ਹੋਊਗੀ, ਤੁਸੀਂ ਪਾਰਟੀ ਦਾ ਇਸ ਤਰੀਕੇ ਨੁਕਸਾਨ ਨਾ ਕਰੋ। ਉਹਨਾਂ ਨੇ ਮੇਰੇ ਸਾਥੀਆਂ ਨੂੰ ਵੀ ਫੋਨ ਕੀਤੇ, ਉਹਨਾਂ ਨੂੰ ਵੀ ਕਿਹਾ ਕਿ ਅਸੀਂ ਦਾਮਨ ਨਾਲ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਦਾਮਨ ਨੂੰ ਐਡਜਸਟ ਕਰਾਂਗੇ, ਤੁਹਾਨੂੰ ਐਡਜਸਟ ਕਰਾਂਗੇ, ਪਰ ਤੁਸੀਂ ਦਾਮਨ ਨੂੰ ਸਮਝਾਓ। ਸੋ ਜਦੋਂ ਜਿਹੜੇ ਸਾਥੀਆਂ ਦੇ ਸਿਰ ਤੇ ਮੈਂ ਇਲੈਕਸ਼ਨ ਲੜਨੀ ਸੀ, ਜਦੋਂ ਉਹੀ ਮੈਨੂੰ ਆ ਕੇ ਕਹਿਣ ਲੱਗੇ ਕਿ ਆਪਾਂ ਨੂੰ ਪਾਰਟੀ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਹੈ, ਆਪਾਂ ਨੂੰ ਪਾਰਟੀ ਤੇ ਯਕੀਨ ਰੱਖਣਾ ਚਾਹੀਦਾ, ਆਪਾਂ ਇੰਨੇ ਸਾਲ ਪਾਰਟੀ ਪਿੱਛੇ ਲਾਇਆ, ਪਾਰਟੀ ਸਾਡੇ ਲਈ ਕੁਝ ਸੋਚੇਗੀ, ਤਾਂ ਠੀਕ ਹੈ, ਮੈਂ ਵੀ ਉਹਨਾਂ ਦੀ ਗੱਲ ਮੰਨ ਲਈ। ਮੈਂ ਕਿਹਾ ਠੀਕ ਹੈ, ਮੈਂ ਕਾਗਜ਼। ਰਾਹੁਲ ਦਾ ਕੀ ਜਵਾਬ ਸੀ ਸਪਸ਼ਟ ਤੁਹਾਨੂੰ? ਰਾਹੁਲ ਗਾਂਧੀ ਨੇ ਕੀ ਕਿਹਾ ਉਸ ਦਿਨ ਤੁਹਾਨੂੰ ਮਿਲ ਕੇ? ਗਾਂਧੀ ਜੀ, ਮੈਂ ਤੁਹਾਨੂੰ ਦੱਸਾਂ ਕਿ ਐਡਾ ਵੱਡਾ ਉਹ ਸਾਰਾ ਬਣਾ ਕੇ ਕਿ ਜੀ ਰਾਹੁਲ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ, ਤੁਹਾਡੀ ਮੀਟਿੰਗ ਹੈ, ਤੁਸੀਂ ਪਹੁੰਚੋ, ਮੈਨੂੰ ਮਹਿਜ਼ 30 ਸੈਕਿੰਡ ਦਿੱਤੇ ਰਾਹੁਲ ਗਾਂਧੀ ਜੀ ਨੇ ਔਰ ਸਿਰਫ ਇੱਕੋ ਹੀ ਗੱਲ ਕੀਤੀ ਕਿ ਤੁਹਾਡਾ ਧਿਆਨ ਰੱਖਿਆ ਜਾਊਗਾ, ਤੁਸੀਂ ਮਿਹਨਤ ਕਰੋ ਅਗਲੀ ਵਾਰ। ਮਤਲਬ ਕਿ 5 ਸਾਲ ਦੀ ਕੀਮਤ, ਸਿਰਫ 5 ਸਾਲ ਦੇ ਕੰਮਾਂ ਦਾ ਮੁੱਲ ਸਿਰਫ 30 ਸੈਕਿੰਡ ਸੀਗਾ। ਮੈਂ ਸਿਰਫ ਇੰਨਾ ਚਾਹੁੰਦੀ ਸੀ ਕਿ ਮੇਰਾ ਲੀਡਰ ਇੱਕ ਵਾਰੀ ਬੈਠ ਕੇ ਮੇਰੀ ਗੱਲ ਸੁਣ ਲੇ, ਇਹ ਸੁਣ ਲੇ ਕਿ ਮੇਰੇ ਮਨ ਵਿੱਚ ਕੀ ਉਬਾਲ ਨੇ, ਕਿ ਮੈਂ ਟਿਕਟ ਕਰਕੇ ਨਹੀਂ, ਟਿਕਟ ਤਾਂ ਕੱਟੀ ਨੂੰ 10 ਦਿਨ ਹੋ ਗਏ, ਕਿ ਅੱਜ ਵੀ ਉਹ ਬੰਦਾ ਜਿਹਨੂੰ ਤੁਸੀਂ ਟਿਕਟ ਦੇ ਕੇ ਭੇਜੀ ਹੈ, ਉਹ ਮੇਰੇ ਘਰ ਆ ਕੇ ਸੁਨਾਮ ਆ ਕੇ ਮੇਰੇ ਤੇ ਮੇਰੇ ਪਰਿਵਾਰ ਬਾਰੇ ਅਨਾਪ ਸ਼ਨਾਪ ਬੋਲ ਰਿਹਾ ਹੈ, ਘੱਟੋ ਘੱਟ ਉਹਨੂੰ ਚੁੱਪ ਕਰਾ ਲਓ। ਪਰ ਕੋਈ ਗੱਲ ਸੁਣਨ ਦੇ ਉਹ ਮੂਡ 'ਚ ਹੀ ਨਹੀਂ ਸੀਗੇ। ਤੇ ਫਿਰ ਜੇ ਉਹਨਾਂ ਨੂੰ ਨਹੀਂ ਸਾਡੀ ਕਦਰ ਸੀਗੀ ਤੇ ਫਿਰ ਠੀਕ ਹੈ, ਫਿਰ ਅਸੀਂ ਵੀ ਇਹੋ ਜੀ ਪਾਰਟੀ 'ਚ ਰਹਿ ਕੇ ਕੀ ਕਰਨਾ ਸੀਗਾ ਜਿਹੜੀ ਆਪਣੇ ਵਰਕਰ, ਆਪਣੀ ਖਾਸ ਕਰਕੇ ਧੀਆਂ ਦਾ ਖਿਆਲ ਹੀ ਨਹੀਂ ਰੱਖ ਸਕਦੀਆਂ, ਧਿਆਨ ਹੀ ਨਹੀਂ ਰੱਖ ਸਕਦੀਆਂ। ਸਾਨੂੰ ਕੌਣ ਪ੍ਰੋਟੈਕਟ ਕਰਦਾ? ਜਿਸ ਦਿਨ ਟਿਕਟ ਤੁਹਾਡੀ ਕੱਟੀ ਗਈ, ਤੁਸੀਂ ਮੈਨੂੰ ਯਾਦ ਅੱਧੀ ਰਾਤ ਨੂੰ ਤੁਸੀਂ ਉਸ ਤੋਂ ਬਾਅਦ ਹੀ ਲਾਈਵ ਹੁੰਨੇ ਹੋ, ਤਾਂ ਜਦੋਂ ਕਿਹਾ ਜਾਂਦਾ ਨਾ ਇੱਕ ਫਸਲ ਤੁਸੀਂ ਬੀਜੀ ਪਾਲੀ ਤੇ ਕੋਈ ਹੋਰ ਵੱਢ ਕੇ ਲੈ ਗਿਆ, ਕਿੰਨਾ ਕੁ ਅਫਸੋਸ ਹੋਇਆ? ਦੇਖੋ ਅਫਸੋਸ ਤਾਂ, ਤੁਸੀਂ ਭਾਵੁਕ ਬਹੁਤ ਸੀ ਉਸ ਰਾਤ ਜੀ। ਭਾਵੁਕ ਤਾਂ ਦੇਖੋ ਬੰਦਾ ਹੁੰਦਾ ਹੀ ਹੈ, ਜਿਹਨੇ ਕੰਮ ਕੀਤੇ ਹੁੰਦੇ ਆ, ਜਿਹੜਾ ਜ਼ਮੀਨ ਨਾਲ ਜੁੜਿਆ ਹੁੰਦਾ, ਭਾਵੁਕ ਹੋਣਾ ਤਾਂ ਦੇਖੋ ਸੁਭਾਵਿਕ ਹੀ ਹੈ, ਇਟ ਇਜ਼ ਬਟ ਨੈਚੁਰਲ, ਭਾਵੁਕ ਤਾਂ ਹੋਣਾ ਹੀ ਸੀ। ਦੁੱਖ ਇਸ ਗੱਲ ਦਾ ਵੀ ਸੀਗਾ ਕਿ ਕੋਈ ਇੱਥੋਂ ਦਾ ਲੋਕਲ ਬੰਦਾ ਹੁੰਦਾ, ਭਾਵੇਂ ਮਿਹਨਤ ਮੈਂ 21 ਕੀਤੀ ਸੀ, ਅਗਲੇ ਨੇ 19 ਕੀਤੀ ਹੁੰਦੀ, ਮੈਂ ਉਸ ਚੀਜ਼ ਨੂੰ ਨਹੀਂ ਸੀ ਮਾਈਂਡ ਕਰਦੀ, ਕਿਉਂਕਿ ਪਿਛਲੀ ਵਾਰ ਮੈਨੂੰ ਵੀ ਐਂ ਟਿਕਟ ਦਿੱਤੀ ਗਈ ਸੀਗੀ, ਤਾਂ ਠੀਕ ਹੈ ਇਸ ਵਾਰ। ਬਟ ਇੱਕ ਬਾਹਰੋਂ ਬੰਦਾ ਜਿਹਦੀ ਕੋਈ ਸੁਨਾਮ ਨੂੰ ਦੇਣ ਨਹੀਂ, ਜਿਹਦੀ ਪਾਰਟੀ ਨੂੰ ਕੋਈ ਦੇਣ ਨਹੀਂ, ਕੋਈ ਜਿਸ ਦਾ ਕੰਮ ਨਹੀਂ, ਕੋਈ ਜਿਸ ਦਾ ਕੋਈ ਆਧਾਰ ਨਹੀਂ, ਉਹਨੂੰ ਤੁਸੀਂ ਭੇਜ ਰਹੇ, ਇਹਦਾ ਮਤਲਬ ਫਿਰ ਅਸੀਂ ਤਾਂ ਕਿਸੇ ਖਾਤੇ 'ਚ ਹੀ ਨਹੀਂ ਨਾ ਆਉਂਦੇ। ਜੇ ਸਾਡੇ ਕੋਈ ਪਿਓ ਦਾਦੇ ਮੰਤਰੀ ਨਹੀਂ ਹੈਗੇ, ਲੀਡਰ ਨਹੀਂ ਹੈਗੇ, ਫਿਰ ਸਾਡਾ ਤਾਂ ਇਹਦਾ ਮਤਲਬ ਕੋਈ ਮਾਈ ਬਾਪ ਨਹੀਂ ਹੈਗਾ, ਕੋਈ ਵਾਲੀ ਵਾਰਸ ਨਹੀਂ ਹੈਗਾ, ਫਿਰ ਅਸੀਂ ਤਾਂ ਲਵਾਰਸ। ਜ਼ਿੰਦਗੀ 'ਚ ਸਭ ਤੋਂ ਵੱਧ ਦੁਖੀ ਤੁਸੀਂ ਕਿਸ ਦਿਨ ਹੋਏ ਹੋ?
ਟਿਕਟ ਕੱਟੇ ਜਾਂਦੇ ਜਾਂ ਕਦੇ ਜ਼ਿੰਦਗੀ 'ਚ ਹੋਰ ਵੀ ਅਜਿਹੇ ਕੋਈ ਵੱਡੇ ਕੋਈ ਦੁੱਖ ਦੇ ਦਿਨ ਆਏ ਨੇ? ਮੇਰੀ ਲਾਈਫ ਹਮੇਸ਼ਾ ਹੀ ਮੇਰੇ ਤੇ ਮੇਰੇ ਹਸਬੰਡ ਦੀ ਲਾਈਫ ਚੈਲੰਜਸ ਭਰੀ ਰਹੀ ਹੈ। ਅਸੀਂ ਮਤਲਬ ਹਰ ਚੀਜ਼ ਮਿਹਨਤ ਨਾਲ ਹੀ ਹਾਸਲ ਕੀਤੀ ਹੈ ਔਰ ਕਦੀ ਵੀ ਲਾਈਫ 'ਚ ਅਸੀਂ ਬੜਾ ਇੱਕ ਬੈਲੈਂਸ ਜੇ ਵਿਊ ਨਾਲ ਆਉਂਦੇ ਹਾਂ। ਅਸੀਂ ਕੋਈ ਬਹੁਤ ਜ਼ਿਆਦਾ ਐਂਬੀਸ਼ੀਅਸ ਲੋਕ ਨਹੀਂ ਹੈਗੇ। ਅਸੀਂ ਜਿੰਨਾ ਕੁ ਕੰਮ ਕਰਦੇ ਆ ਉਹਨਾਂ ਕੁ ਅਸੀਂ ਰਿਵਾਰਡ ਜ਼ਰੂਰ ਚਾਹੁੰਦੇ ਆ, ਬਟ ਅਸੀਂ ਸਾਡੇ ਕਦੀ ਕੋਈ ਬਹੁਤ ਉੱਚੇ ਸੁਪਨੇ ਨਹੀਂ ਰਹੇ ਕਿ ਅਸੀਂ ਜੀ MLA ਬਣਨਾ ਹੈ ਜਾਂ ਅਸੀਂ ਬਹੁਤ ਕੋਈ ਮਤਲਬ ਫੇਮ ਲੈਣੀ ਹੈ ਜਾਂ ਕੋਈ ਬਹੁਤ ਈਵਨ ਪੈਸੇ ਵੀ ਕਿ ਬਹੁਤ ਅਸੀਂ ਕੁਝ ਕਰਨਾ ਹੈ, ਨਹੀਂ। ਸਾਡਾ ਅਸੀਂ ਬੜੇ ਬੈਲੈਂਸ ਜੇ ਇੱਕ ਥੋੜੀ ਜੀ ਚੀਜ਼ ਨਾਲ ਸੰਤੁਸ਼ਟ ਹੋਣ ਵਾਲਿਆਂ ਚੋਂ ਆ। ਸੋ ਬਹੁਤ ਦੁਖੀ ਮੈਂ ਨਾ ਟਿਕਟ ਕੱਟੀ ਤੇ ਹੋਈ ਸੀ, ਬਹੁਤ ਦੁਖੀ ਨਾ ਮੈਂ ਹਾਰੇ ਤੇ ਹੋਈ ਸੀ। ਮੈਂ ਹਰ ਚੀਜ਼ ਨੂੰ ਇੱਕ ਓਪਰਚੁਨਿਟੀ ਦੇ ਤੌਰ ਤੇ ਲੈਣੀ ਹੈ। ਜਦੋਂ ਮੈਂ ਹਾਰੀ ਸੀ ਤਾਂ ਉਸ ਚੀਜ਼ ਨੂੰ ਮੈਂ ਇਹ ਓਪਰਚੁਨਿਟੀ ਲਈ ਸੀ ਕਿ ਮੇਰੇ ਕੋਲ ਹੁਣ 5 ਸਾਲ ਹੈਗੇ ਆ, ਸਰਕਾਰ ਹੈਗੀ ਹੈ, ਮੈਂ ਕੰਮ ਕਰਾਂ, ਆਪਣੇ ਆਪ ਨੂੰ ਪ੍ਰੂਵ ਕਰਾਂ। ਕੰਮ ਕੀਤਾ, ਪ੍ਰੂਫ ਕੀਤਾ, ਇੱਕ ਨਾਮ ਬਣਾਇਆ। ਅੱਜ ਸੁਨਾਮ ਵਿੱਚ ਜੇ ਕਾਂਗਰਸ ਨੂੰ ਕੋਈ ਜਾਣਦਾ ਸੀ ਜਾਂ ਕਿਸੇ ਚਿਹਰੇ ਨਾਲ ਰਿਲੇਟ ਕਰਦਾ ਸੀ ਤਾਂ ਉਹ ਦਾਮਨ ਬਾਜਵਾ ਸੀ। ਉਸ ਤੋਂ ਬਾਅਦ ਪਰ ਉਹਦੀ ਕਦਰ ਨਹੀਂ ਪਈ, ਟਿਕਟ ਕੱਟ ਦਿੱਤੀ ਗਈ ਤਾਂ ਠੀਕ ਹੈ, ਦੁੱਖ ਹੋਇਆ। ਬਟ ਮੈਂ ਜੇ ਕਹਾਂ ਕਿ ਮੈਂ ਇੱਕ ਹੱਦ ਤੱਕ ਹੀ ਦੁੱਖ ਮਨਾਇਆ। ਮੈਂ ਇਸ ਹਲੇ ਦਾਮਨ ਬਾਜਵਾ 33 ਸਾਲਾਂ ਦੀ ਹੈ। ਉਹ ਦਾਮਨ ਬਾਜਵਾ ਔਰ ਉਹਦੇ ਪਰਿਵਾਰ ਵਿੱਚ ਪੂਰੀ ਸਾਡੀ ਜਿਹੜੀ ਤਾਕਤ ਹੈ ਸਾਡੇ ਵਿੱਚ ਹੈ ਔਰ ਸਾਡਾ ਜਿਹੜਾ ਲੜਨ ਦਾ ਜਜ਼ਬਾ ਹੈ ਉਹ ਕਾਇਮ ਹੈ। ਅਸੀਂ ਅੱਗੇ ਕੰਮ ਕਰਾਂਗੇ ਤੇ ਕੰਮ ਨੂੰ ਕਦੀ ਕੋਈ ਇਗਨੋਰ ਨਹੀਂ ਕਰ ਸਕਦਾ। ਅੱਛਾ, ਤੁਸੀਂ ਸੁਨੀਲ ਜਾਖੜ ਦੇ ਪ੍ਰਧਾਨ ਰਹਿੰਦਿਆਂ ਵੀ ਕੰਮ ਕੀਤਾ ਪਾਰਟੀ 'ਚ ਤੇ ਸਿੱਧੂ ਦੇ ਰਹਿੰਦਿਆਂ ਵੀ ਪਾਰਟੀ 'ਚ ਕੰਮ ਕੀਤਾ। ਦੋਨਾਂ 'ਚ ਤੁਹਾਨੂੰ ਫਰਕ ਕੀ ਨਜ਼ਰ ਲੱਗਦਾ, ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ? ਨਹੀਂ ਦੇਖੋ, ਮੈਂ ਇਹ ਜੀ ਚੀਜ਼ ਤੇ ਕੋਈ ਕਮੈਂਟ ਕਰਾਂ ਮੈਨੂੰ ਨਹੀਂ ਲੱਗਦਾ ਕਿ ਇਟ ਵੁੱਡ ਬੀ ਰਾਈਟ। ਬਟ ਯੈਸ, ਅਗਰ ਤੁਸੀਂ ਮੈਨੂੰ ਪਰਸਨਲੀ ਪੁੱਛੋ ਤਾਂ ਆਈ ਵੁੱਡ ਸੇ ਕਿ ਸੁਨੀਲ ਜਾਖੜ ਜੀ ਨਾਲ ਮੇਰਾ ਬਹੁਤ ਹੀ ਇੱਕ ਵਧੀਆ ਰਿਲੇਸ਼ਨਸ਼ਿਪ ਰਿਹਾ ਐਜ਼ ਅ ਪਾਰਟੀ ਦਾ ਵਰਕਰ ਐਂਡ ਉਹ ਸਾਡੇ ਲੀਡਰ ਸੀਗੇ, PCC ਦੇ ਪ੍ਰਧਾਨ ਸੀਗੇ। ਉਹ ਇੱਕ ਕੰਮ ਨੂੰ ਤਵੱਜੋ ਦੇਣ ਵਾਲੇ ਇਨਸਾਨ ਨੇ ਔਰ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਕਿ ਸੁਨੀਲ ਜਾਖੜ ਜੀ ਨੂੰ ਤੁਸੀਂ ਕਦੀ ਵੀ ਕੋਈ ਲੂਜ਼ ਟਾਕ ਕਰਦੇ ਨਹੀਂ ਦੇਖੋਗੇ। ਹੀ ਇਜ਼ ਅ ਲਰਨਰਡ ਮੈਨ ਔਰ ਹਰ ਗੱਲ ਉਹ ਤੱਤਾਂ ਦੇ ਆਧਾਰ ਤੇ ਕਰਦੇ ਨੇ। ਹਮੇਸ਼ਾ ਉਹਨਾਂ ਦੀ ਕੋਈ ਸਟੇਟਮੈਂਟ ਹੈ ਜਾਂ ਈਵਨ ਜਦੋਂ ਤੁਸੀਂ ਉਹਨਾਂ ਨਾਲ ਵੈਸੇ ਮਿਲਣ ਜਾਂਦੇ ਹੋ, ਉਹ ਹਮੇਸ਼ਾ ਨਾਪ ਤੋਲ ਕੇ ਉਨੀ ਕੁ ਗੱਲ ਕਰਦੇ ਆ ਜਿਹੜੀ ਗੱਲ ਰਿਲੇਟੇਬਲ ਹੁੰਦੀ ਹੈ, ਜਿਹੜੀ ਗੱਲ ਉਹ ਪ੍ਰੂਵ ਕਰ ਸਕਦੇ ਆ, ਜਿਹੜੀ ਗੱਲ ਦੇ ਪਿੱਛੇ ਜਿਹੜੀ ਫੈਕਚੁਅਲ ਹੁੰਦੀ ਹੈ। ਸੋ ਬਹੁਤ ਫਰਕ ਹੈ। ਨਵਜੋਤ ਸਿੰਘ ਸਿੱਧੂ 'ਚ ਕੁਆਲਿਟੀਜ਼ ਨਹੀਂ ਹੈ? ਮੈਨੂੰ ਸਿੱਧੂ ਸਾਹਿਬ ਦੇ ਨਾਲ ਬਹੁਤਾ ਕੰਮ ਕਰਨ ਦੀ ਕੋਈ ਕਦੀ ਉਹ ਓਪਰਚੁਨਿਟੀ ਵੀ ਨਹੀਂ ਮਿਲੀ, ਮੈਂ ਐਵੇਂ ਕਹਾਂ। ਬਟ ਯੈਸ, ਮੈਂ ਜਿਸ ਦਿਨ ਤੁਹਾਨੂੰ ਇਨਸੀਡੈਂਟ ਸੁਣਾਇਆ ਕਿ ਮੈਂ ਇੱਕ ਵਾਰੀ ਉਹਨਾਂ ਨੂੰ PCC ਆਫਿਸ ਮਿਲਣ ਗਈ ਸੀ, ਮੈਂ ਤਾਂ ਉਸੇ ਦਿਨ ਮਨ ਬਣਾ ਲਿਆ ਸੀ ਕਿ ਮੈਂ ਦੁਬਾਰਾ ਇਹਨਾਂ ਦੇ ਮੱਥੇ ਨਹੀਂ ਲੱਗਣਾ। ਮੈਨੂੰ ਡਰ ਲੱਗਦਾ ਸੀਗਾ ਇਸ ਗੱਲ ਤੋਂ ਕਿ ਇਹ ਵਿਅਕਤੀ ਕਿਸੇ ਵੀ ਟਾਈਮ ਤੁਹਾਨੂੰ ਕੁਝ ਵੀ ਕਹਿ ਸਕਦਾ ਔਰ 20 ਬੰਦਿਆਂ ਦੇ ਵਿੱਚ ਖੜਿਆਂ ਨੂੰ ਕਹਿ ਸਕਦਾ ਹੈ, ਤਾਂ ਇਹੋ ਜਿਹੇ ਬੰਦੇ ਤੋਂ ਤਾਂ ਡਰਨਾ ਹੀ ਠੀਕ ਹੈ। ਅੱਛਾ, ਤੁਸੀਂ ਹੁਣ BJP ਜੁਆਇਨ ਕੀਤੀ ਆ। BJP ਦੇ ਉੱਤੇ ਖਾਸ ਕਰ ਪੰਜਾਬ 'ਚ ਬਹੁਤ ਸਵਾਲ ਚੱਕੇ ਜਾ ਰਹੇ ਨੇ ਤੇ ਤੁਹਾਨੂੰ BJP ਜੁਆਇਨ ਕਰਨ ਦਾ ਫੈਸਲਾ ਤੁਹਾਨੂੰ ਤੁਹਾਡੇ ਸਮਰਥਕਾਂ ਨੇ ਨਹੀਂ ਪੁੱਛ ਕੀਤਾ? ਦੇਖੋ, ਹਰੇਕ ਦੀ ਆਪਣੀ ਆਪਣੀ ਓਪੀਨੀਅਨ ਹੈ। ਜੋ ਕਾਲੇ ਕਾਨੂੰਨ ਸੀਗੇ ਉਹ ਗਲਤ ਸੀਗੇ ਔਰ ਦਾਮਨ ਬਾਜਵਾ ਨੇ ਡਟ ਕੇ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਸੀਗੀ ਔਰ ਧਰਨਿਆਂ 'ਚ ਵੀ ਬੈਠੀ ਸੀ, ਭਾਵੇਂ ਚੁੱਪ ਕਰਕੇ ਬੈਠੀ ਸੀ, ਸਾਹਮਣੇ ਬੜਾ ਨਹੀਂ ਆਈ। ਬਟ ਇੱਥੋਂ ਦੇ ਲੋਕਾਂ ਨੂੰ ਪਤਾ ਹੈ ਕਿ ਮੇਰਾ ਉਦੋਂ ਕੀ ਕੰਟਰੀਬਿਊਸ਼ਨ ਰਿਹਾ ਸੀਗਾ। ਮੈਂ ਉਹਨਾਂ ਲੋਕਾਂ 'ਚੋਂ ਨਹੀਂ ਆ ਕਿ ਜਿਹੜੀ ਕਿਸੇ ਵੀ ਚੀਜ਼, ਈਵਨ ਕਾਂਗਰਸ ਵਿੱਚ ਜਿੱਥੇ ਮੈਨੂੰ ਕੋਈ ਗਲਤੀ ਲੱਗਦੀ ਸੀ ਐਜ਼ NSUI ਪ੍ਰੈਜ਼ੀਡੈਂਟ ਯੂਥ ਕਾਂਗਰਸ, ਮੈਂ ਆਪਣੀ ਪਾਰਟੀ ਵਿੱਚ ਵੀ ਆਵਾਜ਼ ਉਠਾਉਂਦੀ ਰਹੀ ਹਾਂ। ਔਰ BJP ਵਿੱਚ ਅੱਜ ਜ਼ਰੂਰ ਲੋਕਾਂ ਦੇ ਮਨ 'ਚ ਸਵਾਲ ਨੇ, ਬਟ ਇੱਕ ਗੱਲ ਆਪਾਂ ਕਦੀ ਡਿਨਾਈ ਨਹੀਂ ਕਰ ਸਕਦੇ ਕਿ BJP ਨੂੰ ਹਿੰਦੁਸਤਾਨ ਦੇ ਲੋਕ ਪਸੰਦ ਕਰਦੇ ਆ, ਜਿਸ ਕਰਕੇ BJP ਅੱਜ ਤਾਕਤ ਵਿੱਚ ਹੈ। ਔਰ ਜਿਹੋ ਜਿਹੇ ਇਲਾਕੇ ਤੋਂ ਮੈਂ ਸੰਬੰਧ ਰੱਖਦੀ ਹਾਂ, ਸੁਨਾਮ ਇੱਕ ਬਹੁਤ ਬੈਕਵਰਡ ਏਰੀਆ ਹੈ। ਸੁਨਾਮ ਇਹ ਸਾਡਾ ਜਿਹੜਾ ਮਾਲਵੇ ਦਾ ਇੱਕ ਬੈਕਵਰਡ ਇਲਾਕਾ ਹੈ। ਇੱਥੇ ਜੇ ਮੈਂ ਡਿਵੈਲਪਮੈਂਟ ਕਰਾ ਸਕਦੀ ਹਾਂ ਤਾਂ ਮੈਨੂੰ ਇੱਕ ਸક્ષਮ ਔਰ ਸਟਰੋਂਗ ਪਾਰਟੀ ਨਾਲ ਜੁੜ ਕੇ ਹੀ ਕੰਮ ਕਰਨ 'ਚ ਫਾਇਦਾ ਹੈ। ਦੇਖੋ, ਕੱਲਾ ਮੈਂ ਕੰਮ ਕਰੀ ਚੱਲਾਂ ਉਹਦਾ ਲੋਕਾਂ ਨੂੰ ਵੀ ਨਹੀਂ ਕੋਈ ਫਾਇਦਾ ਹੋਣਾ ਤੇ ਨਾ ਹੀ ਮੈਂ ਆਪਣੇ ਇਲਾਕੇ ਵਾਸਤੇ ਉਹੇ ਜੀਆਂ ਡਿਵੈਲਪਮੈਂਟ ਜਾਂ ਪ੍ਰੋਜੈਕਟਸ ਕੋਈ ਲਿਆ ਸਕੂੰਗੀ। ਠੀਕ ਹੈ, BJP ਤੇ ਜਿਹੜੇ ਸਵਾਲ ਉਠਾਏ ਜਾਂਦੇ ਆ, ਆਈ ਐਮ ਰੈਡੀ ਟੂ ਡਿਬੇਟ। ਆਪਾਂ ਗੱਲ ਕਰੀਏ। ਕਿਸਾਨੀ ਅੰਦੋਲਨ ਜੋ ਸੀਗਾ ਉਸ ਨੂੰ ਅਸੀਂ ਸਲਾਮ ਕਰਦੇ ਹਾਂ ਔਰ ਉਹ ਇੱਕ ਬਹੁਤ ਪਾਕ ਪਵਿੱਤਰ। ਤੁਸੀਂ ਕਿਹਾ ਕਿ ਰਾਹੁਲ ਗਾਂਧੀ ਨੇ ਤੁਹਾਡੀ ਮਿਹਨਤ ਦੀ ਕਦਰ ਨਹੀਂ ਪਾਈ, ਤੁਸੀਂ ਕਿਹਾ ਰਾਹੁਲ ਗਾਂਧੀ ਨੇ ਤੁਹਾਡੀ ਗੱਲ ਨਹੀਂ ਸੁਣੀ। ਹਾਲਾਂਕਿ ਕਾਂਗਰਸ ਤਾਂ ਇਹ ਕਹਿੰਦੀ ਹੈ ਇੰਟਰਨਲ ਡੈਮੋਕ੍ਰੇਸੀ ਸਾਡੇ 'ਚ ਹੀ ਆ, ਪਰ ਜਿਹੜੀ ਪਾਰਟੀ ਤੁਸੀਂ ਜੁਆਇਨ ਕੀਤੀ ਉਹਤੇ ਤਾਂ ਇੰਟਰਨਲ ਡੈਮੋਕ੍ਰੇਸੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਸਵਾਲ ਉੱਠਦੇ ਨੇ। ਨਹੀਂ ਦੇਖੋ, ਆਈ ਬਿਲੀਵ ਕਿ ਦੇਸ਼ ਵਿੱਚ ਡੈਮੋਕ੍ਰੇਸੀ ਔਰ ਸੈਕੂਲਰਿਜ਼ਮ ਹਮੇਸ਼ਾ
ਅੱਗੇ ਹੋਣਾ ਚਾਹੀਦਾ। ਦੇਸ਼ ਵਿੱਚ ਡੈਮੋਕ੍ਰੇਸੀ ਔਰ ਸੈਕੂਲਰਿਜ਼ਮ ਦੇ ਉੱਪਰ ਕਦੀ ਵੀ ਜਿਹੜਾ ਹੈਗਾ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਬਟ ਪਾਰਟੀ ਵਿੱਚ ਡਿਸਪਲਿਨ ਸਭ ਤੋਂ ਜ਼ਰੂਰੀ ਹੈ। ਪਾਰਟੀਜ਼ ਵਿੱਚ autocracy नहीं would be a wrong word, but yes, strong decision making authority और discipline ਇੱਕ ਪਾਰਟੀ ਦਾ ਮੁੱਢ ਹੁੰਦਾ। ਜਦੋਂ ਤੁਹਾਡੀ ਪਾਰਟੀ 'ਚ ਡਿਸਪਲਿਨ ਨਹੀਂ ਹੈਗਾ ਤਾਂ ਫਿਰ ਨਾ ਕੰਮ ਦੀ ਕਦਰ ਹੋਣੀ ਹੈ, ਪਰਿਵਾਰਵਾਦ ਵੀ ਹੋਊਗਾ ਤੇ ਹਰ ਬੰਦਾ ਅੱਖਾਂ ਵੀ ਦਿਖਾਊਗਾ। ਮੈਂ ਅੱਜ ਇਹ ਸਮਝਿਆ ਆ ਜਿਹੜੇ 2-4 ਦਿਨ ਮੈਂ ਬੀਜੇਪੀ ਦੇ ਵਰਕਿੰਗ ਸਟਾਈਲ ਨੂੰ ਦੇਖਿਆ, ਇਹਨਾਂ ਦੇ ਲੀਡਰਸ਼ਿਪ ਨੂੰ ਮਿਲੀ ਆ, ਮੈਂ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਵੇਖਿਆ, ਮੈਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਡਿਸਪਲਿਨ ਇਸ ਪਾਰਟੀ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਔਰ ਜਿਹੜੀ ਕਿ ਸਾਡੇ ਵਰਗੇ ਆਮ ਘਰਾਂ ਦੇ ਨੌਜਵਾਨਾਂ ਲਈ ਇੱਕ ਬਹੁਤ ਵਧੀਆ ਗੱਲ ਹੈ। ਇਹ ਸਾਨੂੰ ਅੱਗੇ ਗਰੋ ਕਰਨ ਲਈ ਇੱਕ ਫੇਅਰ ਜਿਹੜਾ ਲੈਵਲ ਪਲੇਗਰਾਉਂਡ ਇਹ ਪਾਰਟੀ ਸਾਨੂੰ ਦਊਗੀ। ਜਿਹੜਾ ਬੰਦਾ ਜਿੰਨਾ ਕੰਮ ਕਰਦਾ ਉਹਨੂੰ ਉਨੀ ਕੁ ਰੈਕਗਨੀਸ਼ਨ ਮਿਲਣੀ ਚਾਹੀਦੀ। ਇੱਕ ਪਿਛਲੇ ਦਿਨਾਂ ਤੋਂ ਹੋਰ ਬੜੀ ਜਿਹੜੀ ਦੇਸ਼ ਦੇ ਵਿੱਚ ਚਰਚਾ ਦੀ ਗੱਲ ਬਣੀ ਹੋਈ ਆ ਕਿ ਕਰਨਾਟਕ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਮੁਸਲਮਾਨ ਔਰਤਾਂ ਨੂੰ, ਕੁੜੀਆਂ ਨੂੰ ਇਹ ਕਿਹਾ ਜਾ ਰਿਹਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਹਿਜਾਬ ਪਾ ਕੇ ਨਾ ਆਉਣ, ਇੱਕ ਖਾਸ ਵਰਗ ਉਹਦਾ ਵਿਰੋਧ ਕਰ ਰਿਹਾ, ਤੇ ਉੱਤੇ ਤੁਹਾਡਾ ਕੀ ਸਟੈਂਡ ਰਹੇਗਾ? ਦੇਖੋ, ਜਿੱਥੇ ਵੀ ਕਿਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਕਿਸੇ ਧਰਮ ਨੂੰ ਆਧਾਰ ਬਣਾ ਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਜੇ ਕੁਚਲਣ ਦਾ ਕੰਮ ਕੀਤਾ ਜਾਊਗਾ ਤਾਂ ਉੱਥੇ ਆਵਾਜ਼ ਉਠਾਉਣੀ ਡਿਸੈਂਟ। ਬੀਜੇਪੀ ਦੇ ਖਿਲਾਫ ਠੋਕ ਕੇ ਸਟੈਂਡ ਲਓਗੇ ਜੇ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਹੈ? ਬਿਲਕੁਲ। ਜੇ ਅੱਜ ਮੈਂ ਦੇਖੋ, ਜੇ ਮੈਂ ਸੁਨਾਮ ਔਰ ਪੰਜਾਬ ਤੋਂ ਸੰਬੰਧ ਰੱਖਦੀ ਹਾਂ, ਮੈਂ ਅੱਜ ਤੁਹਾਨੂੰ ਫੇਰ ਦੱਸ ਰਹੀ ਹਾਂ, ਕਿਸਾਨ ਅੰਦੋਲਨ ਵਿੱਚ ਸਭ ਤੋਂ ਅੱਗੇ ਦਾਮਨ ਬਾਜਵਾ ਗਈ ਸੀ, ਬੀਜੇਪੀ ਦੇ ਖਿਲਾਫ ਗਈ ਸੀ। ਉਸ ਤੋਂ ਬਾਅਦ ਚੀਜ਼ਾਂ ਨੇ ਬਹੁਤ ਟਰਨਸ ਲਏ, ਬਹੁਤ ਚੇਂजेस ਆਏ, ਸਾਲ ਭਰ ਉਹ ਚੱਲਿਆ, ਪ੍ਰਧਾਨ ਮੰਤਰੀ ਨੇ ਆ ਕੇ ਉਸ ਲਈ ਮਾਫੀ ਮੰਗੀ, ਉਹ ਕਾਨੂੰਨ ਵਾਪਸ ਹੋਏ। ਰੱਬ ਨਾ ਕਰੇ ਕੱਲ ਨੂੰ ਦੁਬਾਰਾ ਪਾਰਟੀ ਇਹੋ ਜਿਹਾ ਕੋਈ ਫੈਸਲਾ ਲੈਂਦੀ ਹੈ, ਦਾਮਨ ਬਾਜਵਾ ਦੁਬਾਰਾ ਸਭ ਤੋਂ ਮੋਹਰੇ ਤੁਹਾਨੂੰ ਨਜ਼ਰ ਆਊਗੀ। ਇਹੀ ਨਹੀਂ, ਕਿਸੇ ਵੀ ਗੱਲ ਤੇ ਮੈਂ ਇੱਥੇ ਇੱਕ ਏਜੰਡੇ ਨਾਲ ਹੈ, ਉਹ ਇਹ ਹੈ ਕਿ ਮੈਂ ਇੱਕ ਤਾਂ ਆਮ ਘਰ ਦੇ ਨੌਜਵਾਨਾਂ ਲਈ ਆਵਾਜ਼ ਉਠਾਉਣੀ ਹੈ ਕਿ ਅਸੀਂ ਜਿਹੜੇ ਕੰਮ ਕਰਨ ਵਾਲੇ ਆ ਸਾਨੂੰ ਇਗਨੋਰ ਨਾ ਕੀਤਾ ਜਾਵੇ ਕਿਸੇ ਲੀਡਰ ਜਾਂ ਕਿਸੇ ਵੱਡੇ ਮੰਤਰੀ ਦੇ ਮੁੰਡਿਆਂ ਕਰਕੇ, ਜਾਂ ਉਹ ਕੁਆਲੀਫਿਕੇਸ਼ਨ ਨਹੀਂ, ਕੰਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਦੂਜੀ ਗੱਲ, ਮੈਂ ਸੁਨਾਮ ਦਾ ਵਿਕਾਸ ਚਾਹੁੰਦੀ ਹਾਂ, ਜਿੱਥੇ ਤੱਕ ਮੈਨੂੰ ਉਹਦੇ ਲਈ ਸਪੋਰਟ ਮਿਲੂਗੀ ਉੱਥੇ ਤੱਕ ਮੈਂ ਕੰਮ ਕਰੂੰਗੀ, ਹਰ ਹੱਦ ਤੱਕ ਮਿਹਨਤ ਕਰਨ ਤੱਕ, ਤਰਲੇ ਕਰਨ ਤੱਕ ਮੈਂ ਜਾਊਂਗੀ। ਬਟ ਜੇ ਮੈਨੂੰ ਲੱਗੂਗਾ ਕਿ ਕੋਈ ਪਾਰਟੀ ਇੱਕ ਹਿਡਨ ਏਜੰਡਾ ਨਾਲ ਕੁਝ ਇੱਥੇ ਕੋਈ ਆਮ ਲੋਕਾਂ ਨੂੰ ਜਾਂ ਕਿਸੇ ਧਰਮ ਨੂੰ ਆਧਾਰ ਬਣਾ ਕੇ ਕਿਸੇ ਦੀ ਵੀ ਆਵਾਜ਼ ਕੁਚਲਣ ਦਾ ਕੰਮ ਕਰ ਰਹੀ ਹੈ ਤਾਂ ਉੱਥੇ ਆਵਾਜ਼ ਉਠਾਵਾਂਗੇ, ਫਿਰ ਭਾਵੇਂ ਉਹ ਬੀਜੇਪੀ ਹੋਵੇ ਜਾਂ ਭਾਵੇਂ ਕਾਂਗਰਸ ਹੋਵੇ। ਕਰਨਾਟਕ ਦੇ ਵਿੱਚ ਤਿਰੰਗਾ ਝੰਡਾ ਉਤਾਰ ਕੇ ਭਗਵਾ ਝੰਡਾ ਲਹਿਰਾਇਆ ਗਿਆ, ਤੇ ਜੇ ਪੰਜਾਬ ਦੇ ਵਿੱਚ ਇਹ ਹਵਾ ਚੱਲ ਪਈ? ਨਹੀਂ, ਦੇਖੋ, ਜਿੱਥੋਂ ਤੱਕ ਮੈਨੂੰ ਲੱਗਦਾ ਹੈ ਆਈ ਡੋਂਟ ਥਿੰਕ ਇਹ ਜੀ ਨੌਬਤ ਆਊਗੀ। ਬਟ ਜੇ ਪਰ ਉੱਥੇ ਉਹ ਪਾਰਟੀਆਂ ਕਾਬਜ਼ ਨੇ ਨਾ, ਇਸ ਗੱਲ ਕਰਕੇ ਮੈਂ ਕਹਿ ਰਿਹਾ, ਕੱਲ ਨੂੰ ਮੰਨ ਲਓ ਅਜਿਹੀਆਂ ਜਿਹੜੇ ਇਹੋ ਜਿਹੇ ਗਰੁੱਪ ਨੇ ਪੰਜਾਬ ਦੇ ਵਿੱਚ ਤਾਕਤਵਰ ਹੋ ਜਾਂਦੇ ਨੇ, ਜਿਹੜੇ ਕਈ ਵਾਰੀ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ, ਬੰਦਿਆਂ ਨੂੰ ਪਾਰਟੀਆਂ ਨਹੀਂ ਬਣਾਉਂਦੀਆਂ, ਪਾਰਟੀਆਂ ਨੂੰ ਬੰਦੇ ਬਣਾਉਂਦੇ ਆ। ਇਹ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਹੈ, ਆਪਣੀ ਮਾਨਸਿਕਤਾ ਹੁੰਦੀ ਹੈ, ਔਰ ਬੰਦੇ ਨੂੰ ਉਦੋਂ ਤੱਕ ਬੰਦਾ ਕਦੀ ਮਾਰ ਨਹੀਂ ਖਾਊਗਾ ਜਦ ਤੱਕ ਉਹ ਆਪਣੀ ਸੋਚ ਤੇ ਆਪਣੀ ਕੌਨਸ਼ੀਅਸ ਨੂੰ ਸਾਫ਼ ਰੱਖੂਗਾ। ਹਾਂ, ਜੇ ਕਿਸੇ ਦੇ ਮਨ ਵਿੱਚ ਕੋਈ ਇਹੋ ਜਿਹਾ ਸ਼ੈਤਾਨੀ ਜਾਂ ਕਹਿ ਲੋ ਕਿ ਮਾੜਾ ਕੋਈ ਖਿਆਲ ਆਂਦਾ ਹੈ ਤਾਂ ਉਸ ਦਾ ਵਿਰੋਧ ਹੋਣਾ ਚਾਹੀਦਾ ਔਰ ਉਸ ਤੇ ਕਾਰਵਾਈ, ਉਹਦੇ ਲਈ ਅਸੀਂ ਆਵਾਜ਼ ਉਠਾਵਾਂਗੇ। ਅਸੀਂ ਜ਼ਰੂਰੀ ਤਾਂ ਨਹੀਂ ਕਿ ਹਰ ਚੀਜ਼ ਤੁਹਾਡੇ ਹਿਸਾਬ ਨਾਲ ਇਹ ਸਹੀ ਹੁੰਦੀ ਹੈ, ਹਰ ਥਾਂ ਤੇ ਗਲਤੀਆਂ ਹੁੰਦੀਆਂ। ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਤੁਸੀਂ ਕਿੰਨੀ ਕੁ ਜੁਰਤ ਰੱਖਦੇ ਹੋ, ਕਿ ਤੁਸੀਂ ਉਹ ਆਵਾਜ਼ ਉਠਾਉਣ ਦੀ ਹਿੰਮਤ ਰੱਖਦੇ ਹੋ, ਤੇ ਮੈਂ ਰੱਖਦੀ ਹਾਂ। ਕੱਲ ਨੂੰ ਰੱਬ ਨਾ ਕਰੇ ਪੰਜਾਬ 'ਚ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ, ਅਸੀਂ ਡਟ ਕੇ ਵਿਰੋਧ ਕਰਾਂਗੇ। ਅਸੀਂ ਕਿਸੇ ਦਾ ਕੁਝ ਦੇਣਾ ਨਹੀਂ, ਅਸੀਂ ਤਾਂ ਸਗੋਂ ਕੰਮ ਕਰਕੇ ਪਾਰਟੀ ਬਿਲਡਿੰਗ ਜਾਂ ਨੇਸ਼ਨ ਬਿਲਡਿੰਗ ਵੱਲ ਕਦਮ ਉਠਾਉਣੇ ਹੈ। ਅਸੀਂ ਤਾਂ, ਸਾਨੂੰ ਆਵਾਜ਼ ਉਠਾਉਣ 'ਚ ਕੀ ਗਰੇਜ਼ ਹੈ? ਅੱਛਾ, ਤੁਸੀਂ ਕਿਸਾਨਾਂ ਦੀ ਗੱਲ ਕੀਤੀ ਕਿ ਕਿਸਾਨੀ ਧਰਨੇ ਤੇ ਤੁਸੀਂ ਸਭ ਤੋਂ ਪਹਿਲਾਂ ਗਏ, ਸਭ ਤੋਂ ਪਹਿਲਾਂ ਠੋਕੋ ਜਾ ਕੇ ਤੁਸੀਂ ਬੀਜੇਪੀ ਦੇ ਖਿਲਾਫ ਆਵਾਜ਼ ਉਠਾਈ, ਪਰ ਉਸੇ ਬੀਜੇਪੀ ਨੂੰ ਹੁਣ ਇਹ ਕਿਹਾ ਜਾਂਦਾ ਕਿ 750 ਕਿਸਾਨਾਂ ਦੀ ਕਾਤਲ ਆ, ਇਹਨੇ ਕਿਸਾਨਾਂ ਦੀਆਂ ਸ਼ਹੀਦੀਆਂ ਬੀਜੇਪੀ ਕਰਕੇ ਪਈਆਂ ਨੇ, ਤਾਂ ਤੁਸੀਂ ਕਿੰਨੇ ਕੁ ਵਾਰ ਸੋਚਿਆ ਬੀਜੇਪੀ ਦੇ ਨਾਲ ਜਾਣ ਤੋਂ ਪਹਿਲਾਂ? ਨਹੀਂ, ਦੇਖੋ, ਬਿਲਕੁਲ ਸੋਚਿਆ। ਔਰ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਇਹ ਚੀਜ਼ ਨੇ ਤੁਹਾਨੂੰ ਬਲੁੰਦਰਿਆ ਨਹੀਂ ਕਿ ਪੰਜਾਬ ਦੇ ਲੋਕ ਤਾਂ ਬੀਜੇਪੀ ਨੂੰ ਇਸ ਤਰੀਕੇ ਦੇਖ ਰਹੇ ਆ? ਨਹੀਂ, ਬਿਲਕੁਲ
ਦੇਖੋ ਉਹ ਚੀਜ਼ ਜਿਹੜੀ ਹੈਗੀ ਹੈ ਉਹ ਹੋਈ। ਉਸ ਤੇ ਕੱਲ ਵੀ ਮੈਂ ਪ੍ਰਧਾਨ ਮੰਤਰੀ ਸਾਹਿਬ ਦੀ ਸੁਣ ਰਹੀ ਸੀਗੀ, ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਇਹਦੇ ਵਾਸਤੇ ਇੱਕ ਕਮੇਟੀ ਬਿਠਾਵਾਂਗੇ, ਜਿਹੜੇ ਵੀ ਲੋਕ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਡਾਇਰੈਕਟਲੀ ਇਫੈਕਟ ਹੋ ਕੇ ਜਿਨ੍ਹਾਂ ਦੀਆਂ ਜਾਨਾਂ ਗਈਆਂ, ਉਹਦੇ ਤੇ ਬੀਜੇਪੀ ਵੀ ਉਹਨਾਂ ਨੂੰ ਜੋ ਵੀ ਉਹਨਾਂ ਦਾ ਬਣਦੀ ਕੰਪਨਸੇਸ਼ਨ ਹੈ। ਦੇਖੋ ਅਸੀਂ ਇੱਕ ਡੈਮੋਕ੍ਰੇਸੀ 'ਚ ਰਹਿੰਦੇ ਹਾਂ। ਕਿਸਾਨਾਂ ਨੇ ਆਪਣੀ ਆਵਾਜ਼ ਉਠਾਈ, ਕਾਲੇ ਕਾਨੂੰਨਾਂ ਦੇ ਖਿਲਾਫ ਉਠਾਈ, ਡਟ ਕੇ ਉਠਾਈ, ਕਾਲੇ ਕਾਨੂੰਨ ਵਾਪਸ ਵੀ ਲਿੱਤੇ ਗਏ, ਪ੍ਰਧਾਨ ਮੰਤਰੀ ਨੇ ਮਾਫੀ ਮੰਗੀ। ਉਸ ਸਾਰੇ ਪ੍ਰੋਸੈਸ ਦੇ ਦੌਰਾਨ ਜੋ ਖਮਿਆਜ਼ਾ ਕਿਸੇ ਨੇ ਭਰਿਆ ਹੈ, ਭਾਵੇਂ ਉਹ ਕਿਸੇ ਦੀ ਜਾਨ ਗਈ ਆ, ਜੋ ਵੀ ਉੱਥੇ ਨੁਕਸਾਨ ਹੋਇਆ, ਉਸ ਦੇ ਲਈ ਜੇ ਉਹ ਕਹਿ ਰਹੇ ਨੇ ਕਿ ਅਸੀਂ ਉਸ ਨੂੰ ਜੋ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ, ਦੇਖੋ ਜੋ ਜਾਨਾਂ ਗਈਆਂ ਉਹ ਤਾਂ ਬਹੁਤ ਅਨਫੋਰਚੂਨੇਟ ਹੈ, ਉਹ ਤਾਂ ਹੁਣ ਮੁੜ ਕੇ ਵਾਪਸ ਨਹੀਂ ਆਣਗੇ। ਬਟ ਠੀਕ ਹੈ, ਉਹ ਹਾਲਾਤ ਪੈਦਾ ਹੋਏ ਇੱਕ ਪਾਰਟੀ ਦੇ ਗਲਤ ਫੈਸਲੇ ਕਰਕੇ, ਉਹਦੇ ਲਈ ਪ੍ਰਧਾਨ ਮੰਤਰੀ ਨੇ ਮਾਫੀ ਵੀ ਮੰਗੀ ਹੈ। ਕਿਸਾਨਾਂ ਦੇ ਧਰਨੇ ਪੰਜਾਬ 'ਚ ਮੈਂ ਪਿਛਲੇ ਦਿਨੀ ਫਿਰ ਦੇਖ ਰਿਹਾ ਸੀ ਕਿ ਕਿਸਾਨ ਆਖ ਰਹੇ ਨੇ ਕਿ ਬੀਜੇਪੀ ਨੇ ਜਿਸ ਤਰ੍ਹਾਂ ਕਿਸਾਨਾਂ ਨਾਲ ਸਮਝੌਤਾ ਕੀਤਾ ਸੀ, ਕਿਸਾਨ ਉੱਥੋਂ ਉੱਠੇ ਸੀ, ਤਾਂ ਬੀਜੇਪੀ ਆਪਣੀਆਂ ਸ਼ਰਤਾਂ ਤੋਂ ਹੁਣ ਫਿਰ ਪਿੱਛੇ ਭੱਜ ਰਹੀ ਹੈ ਤੇ ਕਿਸਾਨ ਦੁਬਾਰਾ ਫਿਰ ਪੰਜਾਬ 'ਚ ਧਰਨੇ ਲਾਉਣ ਦੇ ਲਈ ਮਜਬੂਰ ਨੇ। ਤੁਸੀਂ ਇਹ ਤੇ ਗੱਲ ਕਰੋਗੇ? ਹਾਂ, ਮੇਰੀ ਬੀਜੇਪੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ, ਜਿਹੜੇ ਇੱਥੋਂ ਦੇ ਪੰਜਾਬ ਅਫੇਅਰਸ ਇੰਚਾਰਜ ਨੇ, ਗਜੇਂਦਰ ਸ਼ੇਖਾਵਤ ਜੀ ਨਾਲ, ਸਭ ਨਾਲ ਇਸ ਤੇ ਬੜੀ ਡਿਟੇਲਡ ਗੱਲ ਹੋਈ ਹੈ। ਕਿਉਂਕਿ ਦੇਖੋ ਅਸੀਂ ਵੀ ਕਿਸੇ ਵੀ ਉਸ ਧੜੇ ਦਾ ਹਿੱਸਾ ਜਾਂ ਉਸ ਪੱਖ ਦਾ ਹਿੱਸਾ ਨਹੀਂ ਬਣਨਾ ਚਾਹਾਂਗੇ ਜਿਹੜੇ ਸਾਡੇ ਪੰਜਾਬ ਦੇ ਲੋਕੀ ਆ, ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਕੁਝ ਵੀ ਕਰਨ ਦੀ ਮਨਸ਼ਾ ਵੀ ਰੱਖਦੇ ਹੋਣ। ਤੇ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਇਹ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਕਿ ਇਹ ਗੱਲਾਂ ਫੈਲਾ ਰਹੇ ਨੇ। ਉਹ ਕਹਿੰਦੇ ਕਿ ਇਹ ਚੀਜ਼ ਜੋ ਬੀਜੇਪੀ ਨੇ ਫੈਸਲਾ ਲਿਆ ਹੈ, ਜੋ ਪ੍ਰਧਾਨ ਮੰਤਰੀ ਸਾਹਿਬ ਨੇ ਮਾਫੀ ਮੰਗੀ ਹੈ ਔਰ ਜੋ ਕਾਲੇ ਕਾਨੂੰਨ ਵਾਪਸ ਹੋਏ ਹੈ, ਉਹ ਚੀਜ਼ ਤੇ ਉਹ ਕਾਇਮ ਨੇ ਔਰ ਉਹ ਚੀਜ਼ ਤੇ ਉਹ ਅਟਲ ਨੇ, ਉਹ ਉਸ ਤੋਂ ਨਹੀਂ ਪਿੱਛੇ ਹਟਣਗੇ। ਯੈਸ, ਜੇ ਫੇਰ ਵੀ ਕੋਈ ਇਹੋ ਜਿਹਾ ਹੁੰਦਾ ਤਾਂ ਓਬਵੀਅਸਲੀ ਫਿਰ ਅਸੀਂ ਉਹਨਾਂ ਤੋਂ ਮਤਲਬ ਅਸੀਂ ਕਿਉਂ ਉਸ ਚੀਜ਼ ਦਾ ਸਾਥ ਦੇਵਾਂਗੇ ਜਿਹਦੇ ਅਸੀਂ ਆਪ ਹੀ ਖਿਲਾਫ ਆ ਜਾਂ ਜਿਹੜੀ ਸਾਨੂੰ ਹੀ ਅਸਰ ਕਰੇਗੀ। ਮੈਂ ਇਸ ਪਾਸੇ ਆਈ ਹਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇੱਕ ਨੈਸ਼ਨਲ ਪਾਰਟੀ ਹੈ, ਕੈਡਰ ਬੇਸਡ ਪਾਰਟੀ ਹੈ, ਔਰ ਅੱਜ ਇਹ ਇੰਨੀ ਸક્ષਮ ਹੈ ਕਿ ਜਿਹੜੀ ਸਾਡੇ ਵਰਗੇ ਨੌਜਵਾਨਾਂ ਨੂੰ ਜੋ ਅਸੀਂ ਜੇ ਕੋਈ ਕੰਮ ਕਰਾਉਣਾ ਚਾਹੁੰਦੇ ਹਾਂ, ਜੇ ਮੰਨ ਲਓ ਮੈਂ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਨਾਂ ਤੇ ਕੋਈ ਪ੍ਰੋਜੈਕਟ ਲਿਆਉਣਾ ਚਾਹੁੰਦੀ ਹਾਂ, ਕੋਈ ਇਨਵੈਸਟਮੈਂਟ ਚਾਹੁੰਦੀ ਹਾਂ, ਕੋਈ ਇੱਥੇ ਚਾਹੁੰਦੇ ਹਾਂ ਕਿ ਅਸੀਂ ਇੱਥੇ ਕੋਈ ਪਲਾਂਟ ਆਵੇ, ਕੋਈ ਲੋਕਾਂ ਨੂੰ ਨੌਕਰੀਆਂ ਮਿਲਣ, ਤਾਂ ਬੀਜੇਪੀ ਅੱਜ ਉਹੇ ਜੀ ਪੋਜੀਸ਼ਨ 'ਚ ਹੈ ਕਿ ਇਹ ਉਹ ਚੀਜ਼ਾਂ ਨੂੰ ਕਰ ਸਕਦੀ ਹੈ। ਇਹਨਾਂ ਕੋਲ ਕੋਈ ਸਹੀ ਅੱਜ ਤੱਕ ਲੀਡਰਸ਼ਿਪ ਉਹੇ ਜੀ ਮੈਨੂੰ ਲੱਗਦਾ ਕਿ ਉਹਦਾ ਇੱਕ ਬਹੁਤ ਵੱਡਾ ਵੋਇਡ ਸੀਗਾ ਪੰਜਾਬ ਵਿੱਚ, ਜਿਹੜੇ ਕਿ ਇਸ ਤਰੀਕੇ ਨਾਲ ਸੈਂਟਰ ਤੋਂ ਇੱਥੇ ਫਾਇਦਾ ਪਹੁੰਚਾ ਸਕਦੇ। ਸੋ ਅੱਜ ਮੈਨੂੰ ਬੀਜੇਪੀ 'ਚ ਉਹ ਸਟਰੈਂਥ ਨਜ਼ਰ ਆ ਰਹੀ ਹੈ। ਬਟ ਯੈਸ, ਉਸ ਤੋਂ ਇਲਾਵਾ ਜੇ ਕੋਈ ਵੀ ਸਟੈਪ ਬੀਜੇਪੀ ਵੱਲੋਂ ਇਹੋ ਜਿਹਾ ਚੱਕਿਆ ਗਿਆ ਜਾਂ ਕਿਸੇ ਪਾਰਟੀ ਵੱਲੋਂ ਵੀ ਚੱਕਿਆ ਗਿਆ ਜਿਹਦੇ ਨਾਲ ਸਾਡੀ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹ ਭੰਗ ਹੋਊਗੀ ਜਾਂ ਅਖੰਡਤਾ ਵਿੱਚ ਕੋਈ ਦਰਾਰ ਆਊਗੀ, ਤਾਂ ਮੈਂ 1 ਮਿੰਟ ਤੋਂ ਪਹਿਲਾਂ ਉਸ ਦਾ ਵਿਰੋਧ ਕਰੂੰਗੀ ਔਰ ਉਸ ਦੇ ਖਿਲਾਫ ਖੜੂੰਗੀ। ਸ਼ੁਕਰੀਆ, ਧੰਨਵਾਦ। ਸਨ ਦਾਮਨ ਬਾਜਵਾ ਸੁਨਾਮ ਤੋਂ ਕਾਂਗਰਸੀ ਆਗੂ ਸੀ ਜਿਹੜੇ ਬੀਜੇਪੀ ਦੇ ਵਿੱਚ ਹੁਣ ਸ਼ਾਮਲ ਹੋਣੇ ਤੇ ਹੁਣ ਬੀਜੇਪੀ ਆਗੂ ਬਣ ਚੁੱਕੇ ਨੇ, ਜਿਨ੍ਹਾਂ ਦਾ ਕਹਿਣਾ ਕਿ ਜੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ, ਈਵਨ ਦੇਸ਼ ਦੇ ਵਿੱਚ ਵੀ ਕਦੇ ਕੁਝ ਗਲਤ ਹੁੰਦਾ, ਬੀਜੇਪੀ ਕਦੇ ਗਲਤ ਨੂੰ ਸਮਰਥਨ ਕਰੇਗੀ ਤਾਂ ਉਹ ਡਟ ਕੇ ਬੀਜੇਪੀ ਦਾ ਵੀ ਵਿਰੋਧ ਕਰਨਗੇ ਤੇ ਹਮੇਸ਼ਾ ਜਿਸ ਦਾ ਸੱਚ ਦੇ ਨਾਲ ਖੜਦੇ ਆਏ ਨੇ ਤੇ ਅੱਗੇ ਵੀ ਖੜਨਗੇ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।